अलग क्यों होए, कित्थे जाके डिफरेंस पैदा होए कम्युनिस्ट ते सिखां दे विचकार? तो ਜਿਹੜੇ ਪਹਿਲੇ ਕਮਿਊਨਿਸਟ ਬਣੇ ਆ ਜਿਹੜੇ ਪੰਜਾਬ ਦੇ, ਉਹ ਬਹੁਤ ਸਾਰੇ ਜਿਹੜੇ ਸੀ ਅੰਮ੍ਰਿਤਧਾਰੀ ਸੀਗੇ। ਜਦੋਂ ਨਾਸਤਿਕਤਾ ਨੂੰ ਕਮਿਊਨਿਜ਼ਮ ਬਣਾ ਦਿੱਤਾ ਤੇ ਫਿਰ ਸਾਡੇ ਵਿੱਚ ਜਿਹੜਾ ਦੁਫੇੜ ਪੈ ਗਿਆ ਸਿੱਖਾਂ ਦੇ ਕਮਿਊਨਿਸਟਾਂ ਦੇ ਵਿੱਚ, ਕਿਉਂਕਿ ਨਾਸਤਿਕਤਾ ਜਿਹੜੀ ਹੈ ਉਹ ਕਮਿਊਨਿਜ਼ਮ ਨਹੀਂ ਹੈ। ਹੁਣ ਦੇਖ ਲਓ, ਇਹ ਜਿਹੜਾ ਸਿਧਾਂਤ ਰੂਸ ਕਮਿਊਨਿਸਟ ਪਾਰਟੀ ਨੇ ਲਿਆ ਸੀਗਾ ਕਿ ਨਾਸਤਿਕਤਾ ਕਮਿਊਨਿਜ਼ਮ ਹੈ, ਅੱਜ ਉਹਨਾਂ ਨੇ ਕਿਹਾ ਕਿ ਇਹੀ ਤਾਂ ਸੋਵੀਅਤ ਯੂਨੀਅਨ ਦੇ ਟੁੱਟਣ ਦਾ ਕਾਰਨ ਬਣਿਆ, ਇਹ ਸਾਡੀ ਫੇਲਿਅਰ ਦਾ ਜਿਹੜਾ ਅਸਫਲਤਾ ਦਾ ਕਾਰਨ ਬਣਿਆ। ਤਾਂ ਉਹਨਾਂ ਨੇ ਕਿ ਆਹ ਪ੍ਰੋਬਲਮ ਹੈ ਕਿ ਅਸੀਂ ਆਪਣੇ ਈਸਾਈ ਧਰਮ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਹੁਣ ਕਿਹਾ ਕਿ ਅਸੀਂ ਈਸਾਈ ਧਰਮ ਦਾ ਵਿਰੋਧ ਬਿਲਕੁਲ ਨਹੀਂ ਕਰਨਾ। ਲੇਕਿਨ ਦੁਖਾਂਤ ਇਹ ਹੈਗਾ ਕਿ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਸਿੱਖ ਧਰਮ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਲੇਕਿਨ ਜਦੋਂ ਹੁਣ ਉਹ ਮੰਨਦੇ ਕਿ ਅਸੀਂ ਗਲਤੀ ਕੀਤੀ, ਪਰ ਅਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਤਾਂ ਇਸ ਕਰਕੇ ਇਹ ਦੋ ਮੁੱਖ ਧਾਰਾਵਾਂ ਨੂੰ ਫਿਲਾਸਫੀਕਲ ਧਾਰਾਵਾਂ ਦੀ ਗੱਲ ਕਰਨੀ ਜ਼ਰੂਰੀ ਬਣ ਜਾਂਦੀ ਹੈ ਜੇ ਅਸੀਂ ਕੋਈ ਰਣਨੀਤੀ ਬਣਾਉਣੀ ਹੈ ਪੰਜਾਬ ਨੂੰ ਜਾਂ ਸੰਸਾਰ ਨੂੰ ਬਚਾਉਣ ਦੀ। ਤਾਂ ਇਹ ਇੱਕ ਡਾਇਲਾਗ ਜਿਹੜਾ ਹੈਗਾ ਇਹਨਾਂ ਦੋਵਾਂ ਧਾਰਾਵਾਂ ਜ਼ਰੂਰੀ ਹੈ। ਧਰਮ ਤੇ ਕਮਿਊਨਿਸਟ ਕੀ ਅੱਜ ਵੀ ਇੱਕ ਪਲੇਟਫਾਰਮ ਤੇ ਇਕੱਠੇ ਬੈਠ ਸਕਦੇ ਨੇ ਜਾਂ ਬੈਠਣਗੇ ਉਹ ਵਿਵਾਦ ਉਵੇਂ ਚੱਲਦੇ ਰਹਿਣਗੇ ਨਾਲ ਦੀ ਨਾਲ? ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਹੈ, ਜਿਹੜੇ ਸੰਸਾਰ ਨੂੰ ਜਾਂ ਮਨੁੱਖਤਾ ਨੂੰ ਬਚਾਉਣਾ ਚਾਹੁੰਦੇ ਨੇ, ਉਹ ਜ਼ਰੂਰ ਇਕੱਠੇ ਹੋਣਗੇ ਔਰ ਕਹਿਣਗੇ। ਕਿਉਂਕਿ ਸਾਡੂ ਗੁਰੂ ਸਾਹਿਬ ਨੇ ਦੇਖੋ ਸਿੱਖਾਂ ਨੂੰ ਕੀ ਕਿਹਾ, ਗੁਰੂ ਸਾਹਿਬ ਨੇ ਕਿਹਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੇ ਤਿੱਤੇ ਲੈ ਉਬਾਰ। ਵੀ ਜੇ ਦੁਨੀਆ ਖਤਮ ਹੁੰਦੀ ਹੈ ਤਾਂ ਤੁਸੀਂ ਬਚਾਉਣ ਦਾ ਜਿਸ ਤਰ੍ਹਾਂ ਵੀ, ਜਿੱਤ ਦੁਆਰੇ ਉਭਰੇ ਦਾ ਮਤਲਬ ਹੈ ਜਿਸ ਤਰ੍ਹਾਂ ਵੀ ਬਚਦੇ ਬਚਾਓ। ਜਦੋਂ ਕਾਰਲ ਮਾਰਕਸ ਦੀ ਗੱਲ ਆਉਂਦੀ ਹੈ, ਤੁਸੀਂ ਹੁਣ ਅੰਦਰ ਕਹਿ ਵੀ ਦੇ ਸੀ ਵੀ ਕਾਰਲ ਮਾਰਕਸ ਦੀ ਗੱਲ ਆਉਂਦੀ ਹੈ, ਫਿਰ ਦੋਨਾਂ ਵਿੱਚ ਡਿਫਰੈਂਸ ਕਿਉਂ ਹੁੰਦਾ? ਗੁਰੂ ਸਾਹਿਬ ਨੇ ਸਾਨੂੰ 3 ਸਿਧਾਂਤ ਦਿੱਤੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਕਾਰਲ ਮਾਰਕਸ ਨੇ ਸਾਨੂੰ, ਸਾਡੇ ਗੁਰੂ ਸਾਹਿਬ ਨੇ ਸਾਨੂੰ 3 ਦਿੱਤੇ ਨੇ, ਕਾਰਲ ਮਾਰਕਸ ਨੇ 2 ਸਿਧਾਂਤ, ਕਿਰਤ ਕਰੋ, ਵੰਡ ਛਕੋ। ਹੁਣ ਉੱਥੇ ਨਾਮ ਜਪੋ ਜਿਹੜਾ ਉਹ ਨਹੀਂ ਹੈ, ਲੇਕਿਨ ਸਾਨੂੰ ਮਤਲਬ ਜਿਹੜਾ ਇਹ ਹੈ ਕਿ ਫਰਕ ਨਹੀਂ ਹੈਗਾ, ਇਹ ਸਿਰਫ ਸਮਝ ਦਾ ਹੀ ਫਰਕ ਹੈ। ਆਪਣੇ ਆਪ ਨੂੰ ਮਾਰਕਸਵਾਦੀ ਕਹਾਣ ਵਾਲੇ ਬੰਦੇ ਆ, ਉਹ ਮਤਲਬ ਉਹ ਸਪਿਰਿਚੁਅਲਿਟੀ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਉਹ ਸਮਝਦੇ ਸਪਿਰਿਚੁਅਲਿਟੀ ਕਹਿ ਕੇ ਜਿੱਦਾਂ ਧਰਮ ਦਾ ਅਸੀਂ ਧਾਰਮਿਕ ਹੋ ਜਾਵਾਂਗੇ ਅਤੇ ਅਸੀਂ ਉਹੀ ਗੱਲ ਹੋ ਗਈ ਨਾ, ਉਹ ਨਾਸਤਿਕਤਾ ਦੇ ਵਿੱਚ ਅੜੇ ਹੋਏ ਹੈ। ਉਹ ਕਹਿੰਦੇ ਕੋਈ ਵੀ ਗੱਲ ਜਿਹੜੀ ਸਾਨੂੰ ਧਰਮ ਵੱਲ ਲੈ ਜਾਏਗੀ ਉਹ ਨਹੀਂ ਅਸੀਂ ਕਰਨਾ ਚਾਹੁੰਦੇ। ਲੇਕਿਨ ਇਹ ਧਰਮ ਸਪਿਰਿਚੁਅਲਿਟੀ ਧਰਮ ਨਹੀਂ ਹੈ। ਜਿਹੜਾ ਸਾਇੰਸ ਔਰ ਸਪਿਰਿਚੁਅਲਿਟੀ ਦੇ ਵਿੱਚ ਕੋਈ ਵਿਰੋਧ ਨਹੀਂ ਹੈ। ਸਾਇੰਸ ਜਿਹੜੀ ਹੈ ਇੱਕ ਉਹ ਸੀਮਾ ਹੈ ਗਿਆਨ ਦੀ। ਸਾਇੰਸ ਜਿਹੜੀ ਸਾਡੇ ਇੰਦਰੀਆਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ, ਜਿਸ ਨੂੰ ਅਸੀਂ ਜਿਹੜਾ ਹੈ ਸਾਇੰਸ ਉਹ ਸੱਚ ਦੀ ਗੱਲ ਕਰਦੀ ਹੈ, ਜਿਹੜਾ ਸੱਚ ਅਸੀਂ ਰੀਪਰੋਡਿਊਸ ਕਰ ਸਕਦੇ, ਐਕਸਪੈਰੀਮੈਂਟ ਕਰ ਸਕਦੇ ਹਾਂ। ਲੇਕਿਨ ਜਿਹੜਾ ਸਪਿਰਿਚੁਅਲਿਟੀ ਦਾ ਖੇਤਰ ਹੈ, ਉਹ ਜਿਹੜਾ ਸੱਚ ਜਿਹੜਾ ਉਹ ਸੱਚ ਦੇ, ਜਿੱਦਾਂ ਗੁਰੂ ਸਾਹਿਬ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਵੀ ਸੱਚ, ਸਦੀਵੀ ਸੱਚ, ਅਟੱਲ ਸੱਚਾਈ ਦੀ ਗੱਲ ਕਰਦੀ ਹੈ। ਉਹ ਸੱਚ ਜਿਹੜਾ ਉਹ ਟਾਈਮ ਐਂਡ ਸਪੇਸ ਦੇ ਵਿੱਚ ਬਾਉਂਡ ਨਹੀਂ ਹੈਗਾ, ਉਹ ਉਸ ਤੋਂ ਪਾਰ ਹੈ। ਜੋ ਸਿੱਖ ਮਤਲਬ ਜਿਨ੍ਹਾਂ ਨੇ ਪਹਿਲਾਂ ਛਕਿਆ ਹੋਇਆ ਸੀ, ਮੈਂ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਉਹ ਮੰਨਦੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀ, ਸਮਝਦੇ ਸੀ, ਪਰ ਕੀ ਚੱਲਦੇ ਉਹ ਕਮਿਊਨਿਸਟ ਦੇ ਕਹਿਣ ਉੱਪਰ ਸੀ ਜਾਂ ਲੈਲਨ ਦੇ ਕਹਿਣ ਦੇ ਉੱਪਰ ਚੱਲਦੇ ਸੀ, ਜਾਂ ਉਸ ਵਿੱਚ ਕਾਰਲ ਮਾਰਕਸ ਵੀ ਕਿਤੇ ਉਹਦੇ ਕਹਿਣ 'ਤੇ ਚੱਲਦੇ ਸੀ? ਉਹਨਾਂ ਨੂੰ ਇਸ ਦੇ ਵਿੱਚ ਵਿਰੋਧਤਾ ਹੀ ਨਜ਼ਰ ਹੀ ਨਹੀਂ ਆਉਂਦੀ ਵੀ ਅਸੀਂ ਅੰਮ੍ਰਿਤਧਾਰੀ ਸਿੱਖ ਹਾਂ ਅਤੇ ਅਸੀਂ ਮਾਰਕਸਵਾਦੀ ਵੀ ਹਾਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸੰਦੇਸ਼ ਜਿਹੜਾ ਇੱਕੋ ਹੀ ਹੈ। ਉਹਨਾਂ ਨੂੰ ਇਹ ਲੱਗਦਾ ਸੀ, ਉਹ ਇਹ ਮਹਿਸੂਸ ਕਰਦੇ ਸੀਗੇ, ਹਾਂਜੀ। ਤਾਂ ਇਸ ਕਰਕੇ ਉਹਨਾਂ ਨੂੰ ਇਹ ਦੁਬਿਧਾ ਆਉਂਦੀ ਨਹੀਂ ਸੀਗੀ। ਜਿਹੜੇ ਹੁਣ ਆਪਣੇ ਜਿਹੜੇ ਗਦਰੀ ਬਾਬੇ ਸੀਗੇ, ਇਹ ਕੋਈ ਦੁਬਿਧਾ ਹੀ ਨਹੀਂ ਆਈ ਕਿ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਮਤਲਬ ਮਾਰਕਸਵਾਦੀਆਂ, ਪਰ ਅਸੀਂ ਤਾਂ ਗੁਰਦੁਆਰਾ ਸਾਹਿਬ 'ਚ ਬਹਿ ਕੇ ਸਾਰੀਆਂ ਗੱਲਾਂ ਕਰਦੇ ਹਾਂ, ਸਾਰਾ ਕੁਛ ਹੀ ਸਾਡਾ ਗੁਰਦੁਆਰੇ ਤੋਂ ਹੁੰਦਾ। ਤਾਂ ਇਹ ਜਿਹੜੀ ਚੀਜ਼ਾਂ ਜਿਹੜੇ ਗਦਰੀ ਬਾਬੇ ਸੀ ਉਹਨਾਂ ਨੂੰ ਇਹ ਵਿਰੋਧਤਾ ਨਹੀਂ ਮਤਲਬ ਉਹਨਾਂ ਨੂੰ ਦਿਸੀ। ਅੱਜ ਅਸੀਂ ਕਿਉਂ ਚੀਜ਼ ਮੰਨਣ ਨੂੰ ਤਿਆਰ ਨਹੀਂ ਗਏ? ਅੱਜ ਕਿਉਂ ਪਾੜਾ ਪਾ ਕੇ ਦੇਖਿਆ ਵੀ ਕਮਿਊਨਿਸਟ ਅਲੱਗ ਨੇ, ਸਿੱਖ ਅਲੱਗ ਨੇ, ਉਹ ਇਕੱਠੇ ਨਹੀਂ ਹੋ ਸਕਦੇ? ਉਹ ਇਸ ਕਰਕੇ ਹੋ ਗਿਆ ਨਾ ਜੀ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਮਤਲਬ ਜਿਹੜਾ ਨਾਸਤਿਕਤਾ ਨੂੰ ਮਤਲਬ ਕਮਿਊਨਿਜ਼ਮ ਡਿਫਾਈਨ ਕਰ ਦਿੱਤਾ। ਨਾਸਤਿਕਤਾ ਲਿਆਣੀ ਜਿਹੜੀ ਸੀ ਉਹਦੇ ਨਾਲ ਫਿਰ ਦੁਬਿਧਾ ਪੈਦਾ ਹੋ ਗਈ। ਉਹ ਕਹਿੰਦੇ ਕਮਿਊਨਿਸਟ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਨਾਸਤਿਕ ਹੋ। ਫਿਰ ਉਹ ਤਾਂ ਪੁਰਾਣੇ ਕਮਿਊਨਿਸਟ ਦਾ ਅੰਮ੍ਰਿਤਧਾਰੀ ਸੀਗੇ, ਉਹ ਨਾਸਤਿਕ ਥੋੜ੍ਹੀ ਸੀਗੇ। ਉਹ ਤਾਂ ਗੁਰਦੁਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਸੀਗੇ 5 ਬਾਣੀਆਂ ਦਾ, ਤਾਂ ਉਹ ਨਾਸਤਿਕ ਨਹੀਂ ਸੀਗੇ। ਅੱਜ ਇੱਕ ਚਰਚਾ ਹੋਈ ਹੈ, ਚਰਚਾ ਕੀਤੀ ਗਈ ਹੈ ਵਿਦਵਾਨਾਂ ਵੱਲੋਂ ਕਿ ਸਿੱਖਾਂ ਤੇ ਕੌਮਰੇਡਾਂ ਦੇ ਵਿਚਕਾਰ ਕਿੱਥੇ ਜਾ ਕੇ ਅੱਜ ਦਾ ਗੈਪ ਪੈ ਗਿਆ, ਜਾਂ ਹਾਲਾਤਾਂ ਦੇ ਦਰਮਿਆਨ ਉਹ ਕਿਸ ਤਰੀਕੇ ਨਾਲ ਅਲੱਗ ਹੋ ਗਏ ਨੇ। ਇਸ ਤੋਂ ਪਹਿਲਾਂ ਵੀ ਚਰਚਾ ਹੁੰਦੀ ਆਈ ਹੈ, ਸੈਮੀਨਾਰ ਹੁੰਦੇ ਆਏ ਨੇ, ਪਰ ਕੀ ਇਸ ਦੀ ਜੜ ਨੂੰ ਲੱਭਿਆ ਗਿਆ?
ਔਰ ਦੂਸਰੇ ਪਾਸੇ ਜੇ ਦੋਨੋਂ ਇਕੱਠੇ ਨਹੀਂ ਹੁੰਦੇ ਤਾਂ ਪੰਜਾਬ ਦੇ ਵਿੱਚ ਕੀ ਨੁਕਸਾਨ ਹੈ, ਇਸ ਉੱਪਰ ਵੀ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਸਵਰਾਜ ਸਿੰਘ। ਸਪੀਚ ਦਿੱਤੀ ਗਈ ਹੈ, ਸਪੀਚ ਅਲੱਗ-ਅਲੱਗ ਵਿਦਵਾਨਾਂ ਨੇ ਅੱਜ ਕੀਤੀਆਂ ਨੇ। ਮੁੱਦਾ ਇੱਕੋ ਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿਵੇਂ ਬਿਹਤਰ ਹੋ ਸਕਦਾ ਹੈ। ਜੇ ਅੱਜ ਤੋਂ ਕਈ ਸਾਲਾਂ ਪਹਿਲਾਂ ਦੀ ਗੱਲ ਕਰਾਂਗੇ ਤਾਂ ਉਸ ਸਮੇਂ ਸਿੱਖ ਤੇ ਕੌਮਰੇਡ ਇਕੱਠੇ ਚੱਲਦੇ ਰਹੇ ਨੇ, ਜੰਗਾਂ ਵੀ ਹੋਈਆਂ ਨੇ। ਵਰਲਡ ਵਾਰ ਦੀ ਵੀ ਗੱਲ ਕਰ ਲਈਏ, ਉਸ ਵਿੱਚ ਜਿੱਥੇ ਸਿੱਖਾਂ ਨੇ ਜਾ ਕੇ ਹਿੱਸਾ ਲਿਆ ਉੱਥੇ ਵੀ ਕਈ ਵਿਅਕਤੀ ਕੌਮਰੇਡ ਪੱਖੀ ਸਨ, ਪਰ ਉੱਥੇ ਜਾ ਕੇ ਕਿਸੇ ਦੀ ਜਾਤ ਨਹੀਂ ਪੁੱਛੀ ਗਈ। ਹਿੱਸਾ ਲਿਆ ਸਿੱਖਾਂ ਨੇ, ਇੱਕ ਅਲੱਗ ਛਾਪ ਛੱਡੀ ਸੀ। ਤੇ ਅੱਜ ਵੀ ਪੂਰੀ ਦੁਨੀਆ ਉਹਨਾਂ ਪਹਿਲੀਆਂ ਜੋ ਜੰਗਾਂ ਹੋਈਆਂ ਸੀ, ਜੋ ਵਰਲਡ ਵਾਰ ਹੋਈ ਸੀ, ਉਸ ਵਿੱਚ ਅੱਜ ਵੀ ਲੋਕ ਸਰਾਹਨਾ ਕਰਦੇ ਨੇ। ਪਰ ਅੱਜ ਦੇ ਦਿਨ 2022 ਦੇ ਵਿੱਚ ਜਾ ਕੇ ਇਹ ਕਿਉਂ ਅਲੱਗ-ਅਲੱਗ ਜਾਂ ਕਿਉਂ ਅਲੱਗ-ਅਲੱਗ ਮੁੱਦੇ ਉੱਠਦੇ ਨੇ? ਡਾਕਟਰ ਸਵਰਾਜ ਸਿੰਘ ਸਾਡੇ ਨਾਲ ਨੇ, ਚਰਚਾ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਅਹਿਮ ਵਿਸ਼ੇ ਤੇ ਮੈਨੂੰ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਣ ਦਾ ਮੌਕਾ ਦੇ ਰਹੇ ਹੋ, ਇਸ ਲਈ ਤੁਹਾਡਾ ਬਹੁਤ ਧੰਨਵਾਦ। ਸਰ ਪਹਿਲਾਂ ਮੇਰਾ ਸਵਾਲ ਹੈ ਕਿ ਵਰਲਡ ਵਾਰ ਤੋਂ ਸ਼ੁਰੂ ਕਰੀਏ। ਵਰਲਡ ਵਾਰ ਦਾ ਜ਼ਿਕਰ ਆਉਂਦਾ, ਉਸ ਤੋਂ ਪਹਿਲਾਂ ਸਿੱਖ ਜਾਂਦੇ ਨੇ, ਸਿੱਖ ਸਿਪਾਹੀ ਬਣ ਕੇ ਜਾਂਦੇ ਨੇ, ਸ਼ਹੀਦ ਵੀ ਹੁੰਦੇ ਨੇ। ਉਸ ਸਮੇਂ ਕਿਸੇ ਨੇ ਪੁੱਛਿਆ ਨਹੀਂ ਹੋ ਵੀ ਸਾਹਮਣੇ ਕਮਿਊਨਿਸਟ ਹੈ ਜਾਂ ਕਿਹੜੀ ਜਾਤ ਦਾ, ਜਾ ਕੇ ਜੰਗ ਹੋਈ ਹੈ, ਸਾਥ ਦਿੱਤਾ, ਲੜੇ ਨੇ। ਫਿਰ ਅੱਜ ਦੇ ਦੌਰ ਵਿੱਚ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ? ਦੇਖੋ, ਉਸ ਵੇਲੇ ਜਿਹੜਾ ਹੈਗਾ, ਜਿਹੜੀਆਂ ਪਹਿਲੀਆਂ ਦੋ ਤੁਸੀਂ ਸੰਸਾਰ ਜਾਂ ਵਿਸ਼ਵ ਯੁੱਧਾਂ ਜਾਂ ਵਰਲਡ ਵਾਰਸ ਦੀ ਗੱਲ ਕੀਤੀ ਹੈ, ਉਦੋਂ ਹਾਲਾਤ ਹੋਰ ਸੀਗੇ। ਹੁਣ ਜਿਹੜੇ ਹਾਲਾਤ ਹੋਰ ਨੇ, ਅੱਜ ਦੇ ਹਾਲਾਤ ਜਿਹੜੇ ਨੇ, ਅੱਜ ਜਿਹੜਾ ਹੈਗਾ ਸਾਰੇ ਵਿਸ਼ਵ ਤੇ ਸਾਰੀ ਦੁਨੀਆ ਤੇ ਪਹਿਲਾਂ ਜਿਹੜੀਆਂ ਦੋ ਸੁਪਰ ਪਾਵਰ ਸੀਗੀਆਂ, ਵੱਡੀਆਂ ਤਾਕਤਾਂ ਸੀਗੀਆਂ, ਇੱਕ ਅਮਰੀਕਾ ਤੇ ਇੱਕ ਰੂਸ, ਸੋਵੀਅਤ ਯੂਨੀਅਨ ਜਿਹਨੂੰ ਅਸੀਂ ਕਹਿੰਦੇ। ਲੇਕਿਨ 1991 ਦੇ ਵਿੱਚ ਸੋਵੀਅਤ ਯੂਨੀਅਨ ਢਹਿ ਗਿਆ, ਤਾਂ ਫਿਰ ਇੱਕੋ ਇੱਕ ਜਿਹੜੀ ਹੈਗੀ ਵਿਸ਼ਵ ਦੇ ਵਿੱਚ ਤਾਕਤ ਸੁਪਰ ਪਾਵਰ ਬਚੀ ਹੈ, ਅਮਰੀਕਾ ਜਿਹੜਾ। ਹੁਣ ਜਿਹੜਾ ਹੈਗਾ ਅਮਰੀਕਾ ਜਿਹੜਾ ਹੈਗਾ ਉਹ ਸਾਰੇ ਵਿਸ਼ਵ ਤੇ ਜਿਹੜਾ ਆਪਣਾ ਕੰਟਰੋਲ, ਆਪਣੀ ਚੌਧਰ ਬਣਾਏ ਰੱਖਣਾ ਚਾਹੁੰਦਾ ਹੈ। ਤਾਂ ਹੁਣ ਲੇਕਿਨ ਉਹਨੂੰ ਚੁਣੌਤੀ ਮਿਲ ਰਹੀ ਹੈ ਕਿ ਇੱਕ ਮੁੱਖ ਤੌਰ ਤੇ ਉਹਨੂੰ ਦੋ ਤਾਕਤਾਂ ਚੁਣੌਤੀ ਦੇ ਰਹੀਆਂ ਨੇ। ਇੱਕ ਤਾਂ ਉਹਨੂੰ ਆਰਥਿਕ ਖੇਤਰ ਦੇ ਵਿੱਚ, ਉੱਥੇ ਚੀਨ ਚੁਣੌਤੀ ਦੇ ਰਿਹਾ, ਤੇ ਦੂਜੇ ਪਾਸੇ ਜਿਹੜਾ ਢੱਠਿਆ ਹੋਇਆ ਸੋਵੀਅਤ ਯੂਨੀਅਨ ਸੀ, ਉਹਦੇ ਚੋਂ ਇੱਕ ਪੁਤਨ ਵਰਗਾ ਲੀਡਰ ਉਹਨਾਂ ਦਾ ਪੈਦਾ ਹੋ ਗਿਆ, ਜਿਹੜਾ ਬੜਾ ਸਟਰੋਂਗ ਲੀਡਰ ਹੈ। ਤਾਂ ਉਹ ਜਦੋਂ ਕਿਸੇ ਨੂੰ ਚੰਗਾ ਬੜਾ ਤਕੜਾ ਲੀਡਰ ਮਿਲ ਜਾਏ ਤਾਂ ਉਹ ਦੇਸ਼ ਤਕੜਾ ਹੋ ਜਾਂਦਾ। ਫਿਰ ਤਾਂ ਰੂਸ ਵੀ ਮੁੜ ਕੇ ਦੁਬਾਰਾ ਖੜਾ ਹੋ ਗਿਆ, ਤੇ ਰੂਸ ਹੁਣ ਇੱਕ ਫੌਜੀ ਸ਼ਕਤੀ ਬਣ ਗਿਆ। ਤਾਂ ਹੁਣ ਉਹਨੂੰ ਫੌਜੀ ਸ਼ਕਤੀ, ਅਮਰੀਕਾ ਦੀ ਫੌਜੀ ਸ਼ਕਤੀ ਨੂੰ ਜਿਹੜਾ ਹੈਗਾ ਰੂਸ ਚੁਣੌਤੀ ਦੇ ਰਿਹਾ, ਤੇ ਅਮਰੀਕਾ ਦੀ ਜਿਹੜੀ ਆਰਥਿਕ ਸ਼ਕਤੀ ਹੈ ਉਹਨੂੰ ਚੀਨ ਚੁਣੌਤੀ ਦੇ ਰਿਹਾ। ਤਾਂ ਹੁਣ ਅਮਰੀਕਾ ਜਿਹੜਾ ਇੱਕੋ ਟਾਈਮ ਤੇ ਦੋਵਾਂ ਨਾਲ ਲੜਨਾ ਉਹਦੇ ਲਈ ਸੰਭਵ ਨਹੀਂ ਹੈਗਾ। ਤਾਂ ਉਹਨੇ ਇਹ ਸੋਚਿਆ ਵੀ ਮੈਂ ਪਹਿਲਾਂ ਅਮਰੀਕਾ ਦੀ ਨੀਤੀ ਇਹ ਰਹੀ ਕਿ ਆਰਥਿਕ ਤੌਰ ਤੇ ਮੈਂ ਚੀਨ ਨੂੰ ਖਤਮ ਕਰਦਾ। ਤੇ ਉਹਨੇ ਮਤਲਬ ਆਰਥਿਕ ਇੱਕ ਲੜਾਈ ਕਾਫੀ ਦੇਰ ਤੋਂ ਚੱਲੀ ਆ ਰਹੀ ਹੈ, ਪਿਛਲੇ 5-7 ਸਾਲ 10 ਸਾਲ ਤੋਂ ਚੱਲੀ ਆ ਰਹੀ ਹੈ। ਲੇਕਿਨ ਉਹਦੇ ਵਿੱਚ ਲਗਾਤਾਰ ਜਿਹੜਾ ਚੀਨ ਜਿੱਤੇ ਜਾ ਰਿਹਾ, ਅਮਰੀਕਾ ਹਾਰ ਰਿਹਾ। ਕਿਉਂਕਿ ਤੁਸੀਂ ਦੇਖੋਗੇ, ਇਹ ਤੁਸੀਂ ਕਿੱਦਾਂ ਕਹਿ ਸਕਦੇ ਹੋ, ਜੇ ਆਪਾਂ ਦੋ ਪੈਮਾਨੇ ਲੈ ਲਈਏ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ, ਕਿ ਵਿਸ਼ਵ ਜਿਹੜਾ ਵਪਾਰ ਹੈ ਤੇ ਟੋਟਲ ਵਿਸ਼ਵ ਦੀ ਆਰਥਿਕਤਾ, ਟੋਟਲ ਵਰਲਡ ਇਕੋਨਮੀ ਹੈ, ਉਹਦੇ ਵਿੱਚ ਚੀਨ ਦਾ ਹਿੱਸਾ ਲਗਾਤਾਰ ਵਧੀ ਜਾ ਰਿਹਾ ਤੇ ਅਮਰੀਕਾ ਦਾ ਲਗਾਤਾਰ ਘਟੇ ਜਾ ਰਿਹਾ। ਤਾਂ ਹੁਣ ਫਿਰ ਅਮਰੀਕਾ ਨੇ ਕਿਹਾ ਵੀ ਇਹ ਤਾਂ ਨਹੀਂ ਹੈ। ਹੁਣ ਉਹਨੇ ਕਿਹਾ ਕਿ ਚੀਨ ਹਾਲੇ ਵੀ ਜਿਹੜਾ ਅਮਰੀਕਾ ਜਿਹੜਾ ਆਪਣਾ ਮੁੱਖ ਵਿਰੋਧੀ ਚੀਨ ਨੂੰ ਸਮਝਦਾ, ਲੇਕਿਨ ਉਹਦੇ ਰਾਹ 'ਚ ਜਿਹੜਾ ਰੂਸ ਅਟਕਦਾ ਹੈ ਕਿ ਇੱਕ ਆਰਥਿਕ ਤੌਰ ਤੇ ਦਾ ਜਿਹੜਾ ਅਮਰੀਕਾ ਚੀਨ ਨੂੰ ਹਰਾ ਨਹੀਂ ਸਕਦਾ, ਜੇ ਉਹ ਫੌਜੀ ਤੌਰ ਤੇ ਹਰਾ ਸਕਦਾ। ਇਸ ਵੇਲੇ ਚੀਨ ਕੋਲ ਇੰਨੀ ਫੌਜੀ ਤਾਕਤ ਨਹੀਂ ਹੈ ਕਿ ਜਿੰਨੀ ਅਮਰੀਕਾ ਕੋਲ ਹੈ, ਲੇਕਿਨ ਰੂਸ ਕੋਲ ਅਮਰੀਕਾ ਨਾਲੋਂ ਵੀ ਜ਼ਿਆਦਾ ਫੌਜੀ ਤਾਕਤ ਹੈ। ਅੱਛਾ ਸਰ, ਮੈਂ ਉੱਥੇ ਆਉਣਾ, ਕਮਿਊਨਿਸਟਾਂ ਦੀ ਆਪਾਂ ਜੇ ਗੱਲ ਕਰੀਏ, ਹੁਣ ਤੁਸੀਂ ਜ਼ਿਕਰ ਕਰ ਰਹੇ ਸੀ ਅੰਦਰ ਕਿ ਤੁਸੀਂ ਰੂਸ ਤੇ ਅਮਰੀਕਾ ਦੀ ਗੱਲ ਕੀਤੀ, ਉਸ ਸੰਦਰਭ ਵਿੱਚ ਗੱਲ ਕਰ ਰਹੇ ਹੋ ਵੀ ਇਹ ਦੋਨੋਂ ਕਿਸ ਤਰੀਕੇ ਨਾਲ ਪਾਵਰ ਆਪਣੇ ਕੋਲ ਹਾਸਲ ਕਰਨਾ ਚਾਹੁੰਦੇ ਨੇ। ਪਰ ਜਦੋਂ ਰਸ਼ੀਆ ਦੀ ਗੱਲ ਕਰਦੀ ਹੈ, ਰਸ਼ੀਆ ਜਦੋਂ ਕਾਮਰੇਡ ਦੇ ਉੱਤੇ ਆਉਂਦਾ, ਜੋ ਤੁਸੀਂ ਕੋਟ ਕਰ ਰਹੇ ਸੀ ਅੰਦਰ ਕਿ ਰਸ਼ੀਆ ਨੇ ਕਿਹਾ ਵੀ ਠੀਕ ਹੈ ਸਾਡੀ ਗਲਤੀ ਸੀ ਜੋ ਅਸੀਂ ਹਮਲਾ ਕੀਤਾ, ਜਾਂ ਧਰਮ ਨੂੰ ਲੈ ਕੇ ਅਸੀਂ ਨਾਲ ਨਹੀਂ ਚੱਲੇ, ਉਸ ਚੀਜ਼ ਨੂੰ ਤੇ ਪੰਜਾਬ ਦੇ ਵਿੱਚ ਕਾਮਰੇਡ ਨੂੰ ਫਿਰ ਕਿੱਦਾਂ ਦੇਖਣਾ ਚਾਹੀਦਾ? ਦੇਖੋ ਨਾ, ਗੱਲ ਇਹ ਸੀਗੀ, ਹੁਣ ਮੈਂ ਤਾਂ ਇਹ ਗੱਲ ਪਹਿਲਾਂ ਤੁਹਾਨੂੰ ਵਿਸ਼ਵ ਦੀ ਗੱਲ ਕਰਦਾ, ਫਿਰ ਪੰਜਾਬ ਤੇ ਲੈਣ ਵੀ ਹੁਣ ਮਤਲਬ ਜਿਹੜੀ ਕਿਉਂਕਿ ਅੱਜ ਜਿਹੜਾ ਮੌਜੂਦਾ ਜਿਹੜਾ ਰੂਸ ਤੇ ਯੂਕਰੇਨ ਦੀ ਲੜਾਈ, ਉਸ ਕਰਕੇ ਮੈਂ ਗੱਲ ਕੀਤੀ ਹੈ ਕਿ ਇੱਕ ਮਸਲਾ ਜੇ ਤੇ ਅਸੀਂ ਸਾਰੇ ਇਕੱਠੇ ਹੋ ਸਕਦੇ ਹਾਂ। ਤਾਂ ਉਹਦੇ ਵਿੱਚ ਜਿਹੜਾ ਹੈਗਾ ਕਿ ਇਹ ਹੈ ਕਾਰਨ ਕਿ ਅਮਰੀਕਾ ਚਾਹੁੰਦਾ ਕਿ ਰੂਸ ਨੂੰ ਮੈਂ ਜੇ ਹਰਾ ਦਾਂ ਨਾ, ਫਿਰ ਮੈਂ ਚਾਈਨਾ ਨੂੰ ਵੀ ਹਰਾ ਸਕਦਾ। ਤਾਂ ਇਹਦੇ ਪਿੱਛੇ ਇਹ ਮੂਲ ਭਾਵਨਾ, ਲੜਾਈ ਦੇ ਪਿੱਛੇ ਇਹ ਭਾਵਨਾ ਇਹ ਕਾਰਨ ਹੈ ਅੱਜ ਦੀ ਲੜਾਈ ਦਾ। ਚਲੋ ਦੂਜੀ ਗੱਲ, ਆਪਾਂ ਪੰਜਾਬ ਦੀ ਜਿਹੜੀ ਸਮੱਸਿਆਵਾਂ ਨੇ, ਹੁਣ ਪੰਜਾਬ ਦੇ ਵਿੱਚ ਜਿਹੜੀ ਹੈ ਦੋ ਵੱਡੀਆਂ ਗੱਲਾਂ ਹੋਈਆਂ ਨੇ। ਪੰਜਾਬ ਦੇ ਵਿੱਚ ਇੱਕ ਹਰਾ ਇਨਕਲਾਬ ਆਇਆ, ਇੱਕ ਜਿਹੜਾ ਪੰਜਾਬ ਦੇ ਵਿੱਚ
ਵੱਡੇ ਪੱਧਰ ਦਾ ਪ੍ਰਵਾਸ ਪੰਜਾਬ ਤੋਂ ਬਾਹਰ ਜਾਣਾ ਸ਼ੁਰੂ ਹੋ ਗਿਆ। ਇਹ ਦੋ ਚੀਜ਼ਾਂ ਨੇ ਪੰਜਾਬ ਨੂੰ ਲਗਭਗ ਬਰਬਾਦ ਕਰਤਾ ਹੈ। ਜਿਹੜਾ ਹਰਾ ਇਨਕਲਾਬ ਸੀ, ਮੈਂ ਸਮਝਦਾ ਕਿ 50% ਉਹਨੂੰ ਜਿਹੜਾ ਹੈਗਾ ਹਰੇ ਇਨਕਲਾਬ ਨੇ ਪੰਜਾਬ ਨੂੰ ਬਰਬਾਦ ਕੀਤਾ, ਤੇ ਜਿਹੜਾ ਬਾਕੀ ਦਾ ਬਚਿਆ ਪੰਜਾਬ ਹੈ ਇਹ ਪ੍ਰਵਾਸ ਬਰਬਾਦ ਕਰ ਰਿਹਾ। ਅੱਜ ਪ੍ਰਵਾਸ ਨੇ ਉਜਾੜਾ ਹੋ ਰਿਹਾ ਪੰਜਾਬ ਦਾ। ਚਲੋ ਹੁਣ ਇੱਥੇ ਬੜਾ ਜ਼ਰੂਰੀ ਹੈ ਕਿ ਆਪਾਂ ਜਿਹੜਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਬਚਾਉਣ ਦਾ ਯਤਨ ਕਰੀਏ। ਹੁਣ ਪੰਜਾਬ ਨੂੰ ਜਦੋਂ ਅਸੀਂ ਬਚਾਉਣ ਦੀ ਗੱਲ ਕਰਦੇ ਹਾਂ, ਔਰ ਅੱਜ ਤਾਂ ਵਿੱਚ ਇਹ ਵੀ ਹੋ ਗਿਆ ਕਿ ਸਾਰੇ ਸੰਸਾਰ ਨੂੰ ਹੀ ਬਚਾਉਣ ਦੀ ਗੱਲ ਵਿੱਚ ਨਾਲ ਜੁੜ ਗਈ, ਤਾਂ ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਇਹ ਦੇਖਣਾ ਵੀ ਕਿਹੜੀਆਂ ਮੁੱਖ ਧਾਰਾ ਨੇ ਜਿਹੜੀਆਂ ਮਤਲਬ ਇਸ ਦੇ ਵਿੱਚ ਯੋਗਦਾਨ ਪਾ ਸਕਦੀਆਂ। ਕਿਉਂਕਿ ਗੱਲ ਇਹ ਹੁੰਦੀ ਹੈ, ਇੱਥੇ ਤੁਸੀਂ ਸ਼ਾਇਦ ਪੂਰਾ ਕੀਤਾ ਹੋਏਗਾ ਕਿ ਉਹਦੇ ਵਿੱਚ ਕਈਆਂ ਨੇ ਇਹ ਵੀ ਇਤਰਾਜ਼ ਕੀਤਾ ਕਿ ਤੁਸੀਂ ਸਿਰਫ ਸਿੱਖ ਤੇ ਕਾਮਰੇਡਾਂ ਦੀ ਗੱਲ ਕਿਉਂ ਕਰਦੇ ਹੋ, ਬਾਕੀ ਵੀ ਹੋਰ ਪੰਜਾਬ 'ਚ ਬੜੀਆਂ ਧਾਰਾਵਾਂ ਨੇ। ਲੇਕਿਨ ਗੱਲ ਇਹ ਹੈ ਕਿ ਫਿਲਾਸਫੀਕਲੀ, ਸਿਧਾਂਤਕ ਤੌਰ ਤੇ ਅੱਜ ਵੀ ਪੰਜਾਬ ਦੇ ਵਿੱਚ ਦੋ ਹੀ ਵੱਡੀਆਂ ਧਾਰਾਵਾਂ ਨੇ, ਇੱਕ ਮਤਲਬ ਜਿਹੜੀ ਸਿੱਖ ਧਾਰਾ ਹੈ, ਇੱਕ ਜਿਹੜੀ ਮਾਰਕਸਵਾਦੀ ਧਾਰਾ ਹੈ। ਹੁਣ ਜੇ ਤਾਂ ਤੁਸੀਂ ਦੇਖੋ ਸਮੁੱਚੇ ਤੌਰ ਤੇ ਸਿੱਖ ਧਾਰਾ ਜਿਹੜੀ ਹੈ ਸਮਾਜ ਦੇ ਵਿੱਚ ਪ੍ਰਬਲ ਹੈ, ਵੱਡੀ ਹੈ ਸਭ ਤੋਂ। ਲੇਕਿਨ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਜਾ ਕੇ ਯੂਨੀਵਰਸਿਟੀਆਂ ਦੇਖ ਲਓ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਬੌਧਿਕ ਸੰਸਥਾਵਾਂ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ, ਉੱਥੇ ਹਾਲੇ ਵੀ ਜਿਹੜਾ ਬੌਧਿਕ ਵਰਗ ਹੈ ਉਹਦੇ 'ਚ ਮਾਰਕਸਵਾਦੀਆਂ ਦਾ ਬੜਾ ਵੱਡਾ ਇਨਫਲੂਐਂਸ ਹੈ। ਤਾਂ ਇਸ ਕਰਕੇ ਇਹ ਦੋ ਮੁੱਖ ਧਾਰਾਵਾਂ ਨੂੰ ਫਿਲਾਸਫੀਕਲ ਧਾਰਾਵਾਂ ਦੀ ਗੱਲ ਕਰਨੀ ਜ਼ਰੂਰੀ ਬਣ ਜਾਂਦੀ ਹੈ ਜੇ ਅਸੀਂ ਕੋਈ ਰਣਨੀਤੀ ਬਣਾਉਣੀ ਹੈ ਪੰਜਾਬ ਨੂੰ ਤੇ ਜਾਂ ਸੰਸਾਰ ਨੂੰ ਬਚਾਉਣ ਦੀ। ਤਾਂ ਇਹ ਇੱਕ ਡਾਇਲਾਗ ਜਿਹੜਾ ਹੈਗਾ ਇਹਨਾਂ ਦੋਵਾਂ ਧਾਰਾਵਾਂ ਜ਼ਰੂਰੀ ਹੈ। ਜਿਵੇਂ ਅੰਦਰ ਚਰਚਾ ਕੀਤੀ ਗਈ, ਪਹਿਲਾਂ ਤਾਂ ਇਹ ਸਵਾਲ ਹੁੰਦਾ ਵੀ ਅਲੱਗ ਕਿਉਂ ਹੋਏ, ਕਿੱਥੇ ਜਾ ਕੇ ਡਿਫਰੈਂਸ ਪੈਦਾ ਹੋਏ ਕਮਿਊਨਿਸਟ ਤੇ ਸਿੱਖਾਂ ਦੇ ਵਿਚਕਾਰ, ਕਿਉਂਕਿ ਪਹਿਲਾਂ ਅਲੱਗ ਸੀ। 47 ਦੀ ਗੱਲ ਕਰ ਲਈ, ਉਸ ਤੋਂ ਬਾਅਦ ਵੀ ਕਈ ਸਮਾਂ ਇਕੱਠੇ ਰਹੇ, ਪਹਿਲਾਂ ਵੀ ਇਕੱਠੇ ਸੀ, ਪਰ ਇਹ ਅਲੱਗ ਕਿੱਥੇ ਹੋ ਜਾਂਦੇ ਨੇ, ਕਿੱਥੇ ਜਾ ਕੇ ਡਿਫਰੈਂਸ ਪੈਦਾ ਹੁੰਦੇ ਨੇ? ਅਲੱਗ ਜਿਹੜਾ ਹੋਇਆ ਉਹ ਹੋਇਆ ਕਿ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰੇ, ਜੇ ਤੁਸੀਂ ਇਤਿਹਾਸਕ ਤੌਰ ਤੇ ਦੇਖੋ ਤਾਂ ਜਿਹੜੇ ਪਹਿਲੇ ਕਮਿਊਨਿਸਟ ਬਣੇ ਆ ਜਿਹੜੇ ਪੰਜਾਬ ਦੇ, ਉਹ ਬਹੁਤ ਸਾਰੇ ਜਿਹੜੇ ਸੀ ਅੰਮ੍ਰਿਤਧਾਰੀ ਸੀਗੇ। ਅੱਛਾ, ਫਿਰ ਜਿਹੜਾ ਪੰਜਾਬ 'ਚ ਪਹਿਲਾ ਕਮਿਊਨਿਸਟਾਂ ਨੇ ਜਿਹੜਾ ਅਖਬਾਰ ਕੱਢਿਆ ਹੈ, ਉਸ ਦੇ ਜੋ ਰਿਲੀਜ਼ ਕੀਤਾ ਹੈ, ਤੇ ਉਹ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਕੀਤਾ। ਅੱਛਾ, ਤੇ ਫਿਰ ਉਹਦੇ 'ਤੇ ਜਿਹੜਾ ਉਹਨਾਂ ਦੇ ਉਹਦੇ 'ਤੇ ਵੀ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੇ ਲਿਖਿਆ ਜਾਂਦਾ ਸੀਗਾ। ਗੁਰਬਾਣੀ ਦੇ ਵਿੱਚੋਂ ਕੋਟੇਸ਼ਨ ਦੇ ਹਮੇਸ਼ਾ ਛਪਦੀ ਸੀ। ਲੇਕਿਨ ਫਿਰ ਕੀ ਹੋਇਆ ਕਿ ਜਿਹੜੇ ਕਾਮਰੇਡ ਸੋਹਣ ਸਿੰਘ ਜੋਸ਼ ਹੈ ਜਿਹੜੇ, ਉਹ ਮਤਲਬ ਉੱਥੇ ਗਏ ਰਸ਼ੀਆ, ਉੱਥੋਂ ਜਿਹੜਾ ਇੱਕ ਕਮਿਊਨਿਸਟ ਪਾਰਟੀ ਰੂਸ ਨੂੰ ਅਸੀਂ ਫਾਲੋ ਕਰਦੇ ਰਹੇ, ਜਿਹੜੇ ਸਾਡੀ ਕਮਿਊਨਿਸਟ ਪਾਰਟੀ ਸੀ ਇੱਥੇ ਦੇ ਜਿਹੜੇ ਕਮਿਊਨਿਸਟ ਹੈ ਹਮੇਸ਼ਾ ਰੂਸ ਨੂੰ ਹੀ ਮਤਲਬ ਫਾਲੋ ਕਰਦੇ ਸੀ। ਤਾਂ ਉਹਨਾਂ ਨੂੰ ਕਿਹਾ ਵੀ ਕਮਿਊਨਿਜ਼ਮ ਤਾਂ ਨਾਸਤਿਕਤਾ ਹੈ, ਵੀ ਤੁਸੀਂ ਜਿਹੜਾ ਹੈਗਾ, ਉਹਨਾਂ ਨੂੰ ਫਿਰ ਇਹ ਮਹਿਸੂਸ ਹੋਇਆ ਵੀ ਅਸੀਂ ਤਾਂ ਗੁਰਬਾਣੀ ਨੂੰ ਕੋਟ ਕਰ ਰਹੇ ਹਾਂ। ਤਾਂ ਜਦੋਂ ਨਾਸਤਿਕਤਾ ਨੂੰ ਕਮਿਊਨਿਜ਼ਮ ਬਣਾ ਦਿੱਤਾ ਤਾਂ ਫਿਰ ਸਾਡੇ ਵਿੱਚ ਜਿਹੜਾ ਦੁਫੇੜ ਪੈ ਗਿਆ ਸਿੱਖਾਂ ਦੇ ਕਮਿਊਨਿਸਟਾਂ ਦੇ ਵਿੱਚ, ਕਿਉਂਕਿ ਨਾਸਤਿਕਤਾ ਜਿਹੜੀ ਹੈ ਉਹ ਕਮਿਊਨਿਜ਼ਮ ਨਹੀਂ ਹੈ। ਹੁਣ ਦੇਖ ਲਓ, ਇਹ ਜਿਹੜਾ ਸਿਧਾਂਤ ਰੂਸ ਕਮਿਊਨਿਸਟ ਪਾਰਟੀ ਨੇ ਲਿਆ ਸੀਗਾ ਕਿ ਨਾਸਤਿਕਤਾ ਕਮਿਊਨਿਜ਼ਮ ਹੈ, ਅੱਜ ਉਹਨਾਂ ਨੇ ਕਿਹਾ ਕਿ ਇਹੀ ਤਾਂ ਸੋਵੀਅਤ ਯੂਨੀਅਨ ਦੇ ਟੁੱਟਣ ਦਾ ਕਾਰਨ ਬਣਿਆ, ਇਹ ਸਾਡੀ ਫੇਲਿਅਰ ਦਾ ਜਿਹੜਾ ਅਸਫਲਤਾ ਦਾ ਕਾਰਨ ਬਣਿਆ। ਇਹ ਸੋਵੀਅਤ ਯੂਨੀਅਨ ਨੇ ਆਪਣਾ ਸੈਲਫ ਕ੍ਰਿਟਿਸਿਜ਼ਮ ਕੀਤਾ, ਉੱਥੇ ਰੂਸੀ ਲੋਕਾਂ ਨੇ, ਰੂਸ ਦੀ ਕਮਿਊਨਿਸਟ ਪਾਰਟੀ ਨੇ, ਉਹਨਾਂ ਨੇ ਕਿ ਆਖਰ ਅਸੀਂ ਕਿਉਂ ਡਿੱਗ ਗਏ। ਤਾਂ ਉਹਨਾਂ ਨੇ ਕਿ ਆਹ ਪ੍ਰੋਬਲਮ ਹੈ ਕਿ ਅਸੀਂ ਆਪਣੇ ਈਸਾਈ ਧਰਮ ਦਾ ਵਿਰੋਧ ਕੀਤਾ, ਤੇ ਉਹਨਾਂ ਨੇ ਹੁਣ ਕਿਹਾ ਕਿ ਅਸੀਂ ਈਸਾਈ ਧਰਮ ਦਾ ਵਿਰੋਧ ਬਿਲਕੁਲ ਨਹੀਂ ਕਰਨਾ। ਲੇਕਿਨ ਦੁਖਾਂਤ ਇਹ ਹੈਗਾ ਕਿ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਸਿੱਖ ਧਰਮ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਲੇਕਿਨ ਜਦੋਂ ਹੁਣ ਉਹ ਮੰਨਦੇ ਕਿ ਅਸੀਂ ਗਲਤੀ ਕੀਤੀ, ਪਰ ਅਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਮੇਰੀ ਗੱਲ ਸਮਝਦੇ ਹੋ ਨਾ, ਵੀ ਜਦੋਂ ਤਾਂ ਉਹਨਾਂ ਵਿਰੋਧਤਾ ਵਾਲੀ ਤਾਂ ਗੱਲ ਮੰਨ ਲਈ, ਪਰ ਜਦੋਂ ਉਹਨਾਂ ਨੇ ਆਪਣੀ ਗਲਤੀ ਕਹਿ ਰਿਹਾ ਕਿ ਵਿਰੋਧ ਕਰਨਾ ਸਾਡੀ ਗਲਤੀ ਸੀ, ਵਿਰੋਧਤਾ ਕਰਨੀ, ਉਹ ਗੱਲ ਹੁਣ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ। ਤਾਂ ਇਹ ਜਿਹੜੀ ਚੀਜ਼ ਹੈ, ਇਹ ਬੁਨਿਆਦੀ ਤੌਰ ਤੇ ਇਹ ਗਲਤ ਸਿਧਾਂਤ ਹੈ ਕਿ ਨਾਸਤਿਕਤਾ ਹੀ ਕਮਿਊਨਿਜ਼ਮ ਹੈ। ਅੱਛਾ ਸਰ, ਡਿਫਰੈਂਸ ਦੀ ਗੱਲ ਕਰੀਏ, ਕੀ ਲੱਗਦਾ ਵੀ ਧਰਮ ਨੂੰ ਲੈ ਕੇ ਜਾਂ ਕਮਿਊਨਿਸਟ ਨੂੰ ਲੈ ਕੇ ਕਿਤੇ ਨਾ ਕਿਤੇ ਡਿਫਰੈਂਸ ਰਹੇ ਨੇ? ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਨਾਸਤਿਕ ਸੀ ਪਰ ਧਰਮ ਨਾਲ ਨਹੀਂ ਚੱਲ ਪਾਉਂਦਾ ਸੀ, ਜਾਂ ਧਾਰਮਿਕ ਲੋਕ ਥੋੜ੍ਹਾ ਪਰਹੇਜ਼ ਕਰਦੇ ਸੀ ਵੀ ਹੁਣ ਤੇ ਨਾਸਤਿਕ ਨੇ, ਅਸੀਂ ਕਿਵੇਂ ਚੱਲਾਂਗੇ। ਸਵਾਲ ਇਹ ਹੁੰਦਾ ਕਿ ਧਰਮ ਤੇ ਕਮਿਊਨਿਸਟ ਕੀ ਅੱਜ ਵੀ ਇੱਕ ਪਲੇਟਫਾਰਮ 'ਤੇ ਇਕੱਠੇ ਬੈਠ ਸਕਦੇ ਨੇ, ਜਾਂ ਬੈਠਣਗੇ ਉਹ ਵਿਵਾਦ ਉਵੇਂ ਚੱਲਦੇ ਰਹਿਣਗੇ ਨਾਲ ਦੀ ਨਾਲ, ਉਹ ਜੋ ਧਰਮ ਵਾਲੇ ਵਿਵਾਦ ਨੇ? ਨਹੀਂ, ਬੈਠਣਗੇ ਜ਼ਰੂਰ। ਦੇਖੋ, ਜਿਹੜੇ ਬੰਦੇ ਦੋਨਾਂ ਦੋ ਧਿਰਾਂ ਹੋ ਗਿਆ, ਨਹੀਂ ਤੁਸੀਂ ਇੱਕ ਸਿੱਖ ਦੀ ਗੱਲ, ਇੱਕ ਕਮਿਊਨਿਸਟਾਂ ਦੀ, ਜਿਹੜੇ ਸੁਹਿਰਦ ਨੇ, ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਹੈ, ਜਿਹੜੇ ਸੰਸਾਰ ਨੂੰ ਜਾਂ ਮਨੁੱਖਤਾ ਨੂੰ ਬਚਾਉਣਾ ਚਾਹੁੰਦੇ ਨੇ, ਉਹ ਜ਼ਰੂਰ ਇਕੱਠੇ ਹੋਣਗੇ ਔਰ ਕਹਿਣਗੇ। ਕਿਉਂਕਿ ਸਾਡੂ ਗੁਰੂ ਸਾਹਿਬ ਨੇ ਦੇਖੋ ਸਿੱਖਾਂ ਨੂੰ ਕੀ ਕਿਹਾ, ਗੁਰੂ ਸਾਹਿਬ ਨੇ ਕਿਹਾ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ,
ਜਿੱਤ ਦੁਆਰੇ ਉਭਰੇ ਤਿੱਤੇ ਲੈ ਉਬਾਰ, ਵੀ ਜੇ ਦੁਨੀਆ ਖਤਮ ਹੁੰਦੀ ਹੈ ਤਾਂ ਤੁਸੀਂ ਬਚਾਉਣ ਦਾ ਜਿਸ ਤਰ੍ਹਾਂ ਵੀ, ਜਿੱਤ ਦੁਆਰੇ ਉਭਰੇ ਦਾ ਮਤਲਬ ਹੈ ਜਿਸ ਤਰ੍ਹਾਂ ਵੀ ਬਚਦੇ ਬਚਾਓ। ਤਾਂ ਅੱਜ ਦੁਨੀਆ ਸੱਚਮੁੱਚ ਜਿਹੜੀ ਹੈ ਉਹ ਤਬਾਹ ਹੋਣ ਦੇ ਕੰਢੇ ਤੇ ਖੜੀ ਹੈ। ਤਾਂ ਇਹਦੇ 'ਚ ਸਾਡਾ ਕੀ ਫਰਜ਼ ਬਣਦਾ ਹੈ ਕਿ ਸਿੱਖ ਹੋਣ ਦੇ ਨਾਤੇ ਅਸੀਂ ਜਿਹੜਾ ਹੈਗਾ ਜਿੱਦਾਂ ਵੀ ਅਸੀਂ ਆਪਣਾ ਯੋਗਦਾਨ ਪਾਈਏ। ਹੁਣ ਕਈਆਂ ਨੇ ਮੈਨੂੰ ਕਿਹਾ ਕਿ ਅਸੀਂ ਕੀ ਕਰ ਸਕਦੇ ਹਾਂ ਐਡੀਆਂ ਵੱਡੀਆਂ ਤਾਕਤਾਂ। ਮੈਂ ਕਿਹਾ ਤੁਸੀਂ ਗੁਰੂ ਸਾਹਿਬ ਨੇ ਕਿਹਾ ਅਰਦਾਸ ਤਾਂ ਕਰ ਸਕਦੇ ਹੋ ਕਿ ਸਾਰਿਆਂ ਨੂੰ ਸਮੱਤ ਬਖਸ਼ੇ ਕਿ ਇਹ ਜਿਹੜੇ ਦੁਨੀਆ ਬਚ ਜਾਏ। ਜਿਹੜੇ ਨੇਤਾ ਨੇ ਇਹਨਾਂ ਨੂੰ ਸਮੱਤ ਤਾਂ ਦੇ ਸਕਦਾ, ਪ੍ਰਮਾਤਮਾ ਦੇ ਸਕਦਾ, ਤਾਂ ਅਰਦਾਸ ਹੀ ਕਰ ਸਕਦੇ ਅਸੀਂ। ਇਹ ਕਿਉਂ ਕਹੀਏ ਅਸੀਂ ਕੁਝ ਨਹੀਂ ਕਰ ਸਕਦੇ। ਤਾਂ ਹਰ ਇੱਕ ਬੰਦਾ ਆਪਣੀ ਸਮਰੱਥਾ ਅਨੁਸਾਰ ਕੁਛ ਨਾ ਕੁਛ ਕਰੇ। ਤਾਂ ਜਿਹੜਾ ਬੰਦਾ ਥੋੜ੍ਹਾ ਬੁੱਧੀਜੀਵੀ ਹੈ ਉਹ ਮਤਲਬ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰੇ ਵੀ ਕਿਉਂ ਇਹ ਲੜਾਈ ਹੋ ਰਹੀ ਹੈ, ਕਿਹੜੇ ਜਿਹੜੇ ਮਤਲਬ ਜਿਹੜੇ ਕਿਹੜੇ ਕਾਰਨਾਂ ਕਰ, ਉਹਨਾਂ ਕਾਰਨਾਂ ਨੂੰ ਸੰਬੋਧਿਤ ਹੋਵੋ ਤਾਂ ਹੀ ਲੜਾਈ ਰੁਕੇਗੀ ਨਾ। ਜਦੋਂ ਕਾਰਲ ਮਾਰਕਸ ਦੀ ਗੱਲ ਆਉਂਦੀ ਹੈ, ਤੁਸੀਂ ਹੁਣ ਅੰਦਰ ਕਹਿ ਵੀ ਦੇ ਸੀ ਵੀ ਕਾਰਲ ਮਾਰਕਸ ਦੀ ਗੱਲ ਆਉਂਦੀ ਹੈ, ਫਿਰ ਦੋਨਾਂ ਵਿੱਚ ਡਿਫਰੈਂਸ ਕਿਉਂ ਹੁੰਦਾ? ਡਿਫਰੈਂਸ ਜਿਹੜਾ ਸਿਰਫ ਇੱਕ ਹੀ ਹੈ ਕਿ ਜਿਹੜਾ ਗੁਰੂ ਸਾਹਿਬ ਨੇ ਸਾਨੂੰ 3 ਸਿਧਾਂਤ ਦਿੱਤੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਕਾਰਲ ਮਾਰਕਸ ਨੇ ਸਾਨੂੰ, ਸਾਡੇ ਗੁਰੂ ਸਾਹਿਬ ਨੇ ਸਾਨੂੰ 3 ਦਿੱਤੇ ਨੇ, ਕਾਰਲ ਮਾਰਕਸ ਨੇ 2 ਸਿਧਾਂਤ, ਕਿਰਤ ਕਰੋ, ਵੰਡ ਛਕੋ। ਹੁਣ ਉੱਥੇ ਨਾਮ ਜਪੋ ਜਿਹੜਾ ਉਹ ਨਹੀਂ ਹੈ, ਲੇਕਿਨ ਸਾਨੂੰ ਮਤਲਬ ਜਿਹੜਾ ਇਹ ਹੈ ਕਿ ਫਰਕ ਨਹੀਂ ਹੈਗਾ, ਇਹ ਸਿਰਫ ਸਮਝ ਦਾ ਹੀ ਫਰਕ ਹੈ ਕਿ ਗੁਰੂ ਸਾਹਿਬ ਨੇ ਖੁੱਲ੍ਹੇ ਤੌਰ 'ਤੇ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਐਕਸਪਲਿਸਿਟ, ਉਹਨਾਂ ਨੇ ਖੁੱਲ੍ਹੇ ਤੌਰ 'ਤੇ ਕਿਹਾ ਕਿ ਇਹ ਜ਼ਰੂਰੀ ਹੈ ਨਾਮ ਜਪਣਾ। ਨਾਮ ਜਪਣ ਦਾ ਕੀ ਭਾਵ ਹੈ ਕਿ ਬੰਦਾ ਜਿਹੜਾ ਹੈਗਾ ਰੂਹਾਨੀ ਤੌਰ 'ਤੇ ਚੇਤੰਨ ਮਨੁੱਖ ਬਣੇ। ਗੁਰਬਾਣੀ ਦਾ ਜਿਹੜਾ ਸੁਣਿਆ ਹੈ ਮਨੁੱਖ ਨੂੰ ਕਿ ਮਨੁੱਖ ਤੋਂ ਚੇਤੰਨ ਮਨੁੱਖ ਬਣ, ਆਪਣੀ ਚੇਤਨਾ ਜਗਾ। ਔਰ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਹਿਚਾਨ, ਤੇਰਾ ਮੂਲ ਹੀ ਤੇਰੀ ਚੇਤਨਾ ਹੈ। ਤੋ ਇਹ ਵੀ ਕਿਹਾ ਗਿਆਨੀ ਹੋਏ ਸੋ ਚੇਤੰਨ ਹੋਏ, ਅਗਿਆਨੀ ਅੰਧ ਕਮਾਏ। ਤੋ ਗੁਰਬਾਣੀ ਦੇ ਵਿੱਚ ਕਲੀਅਰ ਜਿਹੜਾ ਮਨੁੱਖ ਨੂੰ ਚੇਤੰਨ ਹੋਣ ਦਾ ਜਿਹੜਾ ਹੈ ਸੰਦੇਸ਼ ਦਿੱਤਾ ਗਿਆ। ਲੇਕਿਨ ਮਾਰਕਸ ਨੇ ਇਹ ਕਲੀਅਰਲੀ ਨਹੀਂ ਕਿਹਾ। ਇਹ ਤਾਂ ਕਿਹਾ ਹੈ ਕਿ ਕਿਰਤ ਕਰੋ ਤੇ ਵੰਡ ਛਕੋ, ਪਰ ਇਹ ਚੇਤੰਨ ਹੋਣ ਲਈ ਕਲੀਅਰ ਨਹੀਂ ਕਿਹਾ। ਲੇਕਿਨ ਉਹਦਾ ਇੰਪਲੀਸਿਟ ਹੈ। ਇੰਪਲੀਸਿਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਇੱਕ ਤਾਂ ਮੈਂ ਤੁਹਾਨੂੰ ਕੋਈ ਕੰਮ ਕਰਨ ਲਈ ਖੁੱਲ੍ਹੇ ਤੌਰ 'ਤੇ ਕਹਿਣਾ, ਇੱਕ ਮੈਂ ਕਹਿੰਦਾ ਕਿ ਇਹ ਅੰਡਰਸਟੈਂਡਿੰਗ ਹੈ ਮੇਰੀ ਵੀ ਮੈਂ ਤੁਹਾਨੂੰ ਕਿਹਾ ਤਾਂ ਨਹੀਂ ਲੇਕਿਨ ਤੁਸੀਂ ਸਮਝ ਗਏ ਹੋ ਕਿ ਮੈਂ ਇਹ ਚਾਹੁੰਦਾ ਹੈਗਾ। ਇਹ ਹੈ ਇੰਪਲੀਸਿਟ ਦਾ ਮਤਲਬ। ਤਾਂ ਮਾਰਕਸ ਨੇ ਇੰਪਲੀਸਿਟ ਤੌਰ 'ਤੇ ਜਿਹੜਾ ਨਾਮ ਜਪਣ ਵਾਲਾ ਜਾਂ ਚੇਤੰਨ ਹੋਣ ਦਾ ਸਿਧਾਂਤ ਹੈ ਉਹਨੇ ਵੀ ਮੰਨਦਾ ਹੈ। ਔਰ ਕਈਆਂ ਨੇ ਉੱਥੇ ਕਿਹਾ ਕੋਟੇਸ਼ਨਾਂ ਵੀ ਦਿੱਤੀਆਂ, ਕੋਈ ਸਪਿਰਿਚੁਅਲਿਟੀ ਦੀ ਵੀ ਗੱਲ ਕੀਤੀ ਹੈ। ਲੇਕਿਨ ਸਮੱਸਿਆ ਇਹ ਹੈਗੀ ਕਿ ਜਿਹੜੇ ਆਪਣੇ ਆਪ ਨੂੰ ਮਾਰਕਸਵਾਦੀ ਕਹਾਣ ਵਾਲੇ ਬੰਦੇ ਆ, ਉਹ ਮਤਲਬ ਉਹ ਸਪਿਰਿਚੁਅਲਿਟੀ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਉਹ ਸਮਝਦੇ ਸਪਿਰਿਚੁਅਲਿਟੀ ਕਹਿ ਕੇ ਜਿੱਦਾਂ ਧਰਮ ਦਾ ਅਸੀਂ ਧਾਰਮਿਕ ਹੋ ਜਾਵਾਂਗੇ ਅਤੇ ਅਸੀਂ ਉਹੀ ਗੱਲ ਹੋ ਗਈ ਨਾ, ਉਹ ਨਾਸਤਿਕਤਾ ਦੇ ਵਿੱਚ ਅੜੇ ਹੋਏ ਆ। ਉਹ ਕਹਿੰਦੇ ਕੋਈ ਵੀ ਗੱਲ ਜਿਹੜੀ ਸਾਨੂੰ ਧਰਮ ਵੱਲ ਲੈ ਜਾਏਗੀ ਉਹ ਨਹੀਂ ਅਸੀਂ ਕਰਨਾ ਚਾਹੁੰਦੇ। ਲੇਕਿਨ ਇਹ ਧਰਮ ਸਪਿਰਿਚੁਅਲਿਟੀ ਧਰਮ ਨਹੀਂ ਹੈ। ਜਿਹੜਾ ਮਤਲਬ ਸਪਿਰਿਚੁਅਲਿਟੀ ਜਿਹੜੀ ਹੈ ਇਹ ਮਨੁੱਖਤਾ ਦੀ ਸਾਂਝੀ ਹੈ। ਰੂਹਾਨੀਅਤ ਜਿਹੜੀ ਹੈ, ਜਿਹੜਾ ਇੱਕ ਪੰਥ, ਰਿਲੀਜਨ ਇੱਕ ਪੰਥ ਹੈ, ਲੇਕਿਨ ਜਿਹੜੀ ਧਰਮ ਹੈ ਸਪਿਰਿਚੁਅਲਿਟੀ ਹੈ। ਔਰ ਜਿਹੜਾ ਸਾਇੰਸ ਔਰ ਸਪਿਰਿਚੁਅਲਿਟੀ ਦੇ ਵਿੱਚ ਕੋਈ ਵਿਰੋਧ ਨਹੀਂ ਹੈ। ਸਾਇੰਸ ਜਿਹੜੀ ਹੈ ਇੱਕ ਉਹ ਸੀਮਾ ਹੈ ਗਿਆਨ ਦੀ। ਸਾਇੰਸ ਜਿਹੜੀ ਸਾਡੇ ਇੰਦਰੀਆਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ, ਜਿਸ ਨੂੰ ਅਸੀਂ ਜਿਹੜਾ ਹੈ ਸਾਇੰਸ ਉਹ ਸੱਚ ਦੀ ਗੱਲ ਕਰਦੀ ਹੈ, ਜਿਹੜਾ ਸੱਚ ਅਸੀਂ ਰੀਪਰੋਡਿਊਸ ਕਰ ਸਕਦੇ, ਐਕਸਪੈਰੀਮੈਂਟ ਕਰ ਸਕਦੇ ਹਾਂ। ਦੂਜੇ ਸ਼ਬਦਾਂ ਵਿੱਚ ਜਿਹੜਾ ਟਾਈਮ ਅਤੇ ਸਪੇਸ ਦੇ ਵਿੱਚ ਆ ਜਾਂਦਾ ਸੱਚ, ਉਹ ਸਾਇੰਸ ਦਾ ਖੇਤਰ ਹੈ। ਲੇਕਿਨ ਜਿਹੜਾ ਸਪਿਰਿਚੁਅਲਿਟੀ ਦਾ ਖੇਤਰ ਹੈ, ਉਹ ਜਿਹੜਾ ਸੱਚ ਜਿਹੜਾ ਉਹ ਸੱਚ ਦੇ, ਜਿੱਦਾਂ ਗੁਰੂ ਸਾਹਿਬ ਨੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ, ਸਦੀਵੀ ਸੱਚ, ਅਟੱਲ ਸੱਚਾਈ ਦੀ ਗੱਲ ਕਰਦੀ ਹੈ। ਉਹ ਸੱਚ ਜਿਹੜਾ ਉਹ ਟਾਈਮ ਐਂਡ ਸਪੇਸ ਦੇ ਵਿੱਚ ਬਾਉਂਡ ਨਹੀਂ ਹੈਗਾ, ਉਹ ਉਸ ਤੋਂ ਪਾਰ ਹੈ। ਤਾਂ ਉਹ ਸਪਿਰਿਚੁਅਲਿਟੀ ਦਾ ਸੱਚ ਉਹ ਹੈ, ਸਾਇੰਸ ਦਾ ਸੱਚ ਜਿਹੜਾ ਟਾਈਮ ਐਂਡ ਸਪੇਸ ਦੇ ਵਿੱਚ ਲਿਮਿਟਡ ਹੈ। ਤਾਂ ਇਸ ਕਰਕੇ ਉਹ ਸੀਮਤ ਸੱਚ ਦੀ ਆ, ਉਹ ਆਖਰੀ ਸੱਚ ਦੀ ਗੱਲ ਹੈ। ਤਾਂ ਇਹ ਉਹਨਾਂ ਦੇ ਵਿੱਚ ਆਪਸ ਟਕਰਾਓ ਨਹੀਂ ਹੈ। ਜੇ ਆਪਾਂ ਉਹਦਾ ਖੇਤਰ ਇੱਕ ਹੈ, ਸਪਿਰਿਚੁਅਲਿਟੀ ਦਾ ਖੇਤਰ ਹੋਰ ਹੈ, ਤਾਂ ਹੁਣ ਅਸੀਂ ਇਹਨਾਂ ਨੂੰ ਟਕਰਾਈ ਜਾਈਏ। ਇਹੀ ਜਿਹੜਾ ਧਰਮ ਹੈ, ਧਰਮ ਸਪਿਰਿਚੁਅਲਿਟੀ ਹੈ। ਅੱਛਾ ਸਰ, ਜੋ ਇਸ ਸਮੇਂ ਜੋ ਸਿੱਖ ਨੇ, ਕਈਆਂ ਨੇ ਅੰਮ੍ਰਿਤ ਛਕਿਆ ਹੋਇਆ, ਤੁਸੀਂ ਵੀ ਹੁਣ ਜ਼ਿਕਰ ਕਰ ਰਹੇ ਸੀ ਕਿ ਅੰਮ੍ਰਿਤ ਛਕਿਆ ਹੋਇਆ, ਪਹਿਲਾਂ ਉਹ ਕਮਿਊਨਿਸਟ ਵੀ ਸੀ, ਪਰ ਕੀ ਜੋ ਸਿੱਖ ਅੰਮ੍ਰਿਤ ਜਿਨ੍ਹਾਂ ਨੇ ਪਹਿਲਾਂ ਛਕਿਆ ਹੋਇਆ ਸੀ, ਮੈਂ ਪਹਿਲਾਂ ਦੀ ਗੱਲ ਕਰ ਰਿਹਾ ਕਿ ਉਹ ਮੰਨਦੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀ, ਸਮਝਦੇ ਸੀ, ਪਰ ਕੀ ਚੱਲਦੇ ਉਹ ਕਮਿਊਨਿਸਟ ਦੇ ਕਹਿਣ ਉੱਪਰ ਸੀ ਜਾਂ ਲੈ ਲੈਣ ਦੇ ਕਹਿਣ ਦੇ ਉੱਪਰ ਚੱਲਦੇ ਸੀ, ਜਾਂ ਉਸ ਵਿੱਚ ਕਾਰਲ ਮਾਰਕਸ ਵੀ ਕਿਤੇ ਉਹਦੇ ਕਹਿਣ 'ਤੇ ਚੱਲਦੇ ਸੀ? ਨਹੀਂ, ਦੇਖੋ ਉਹਨਾਂ ਦੀ ਜਿਹੜੀ ਸਮਝ ਸੀ ਨਾ, ਉਹਨਾਂ ਨੂੰ ਉਹਦੇ 'ਚ ਫਰਕ ਨਹੀਂ ਨਜ਼ਰ ਆਇਆ। ਉਹ ਕਹਿੰਦੇ ਵੀ ਸਾਨੂੰ ਜਿਹੜੀ ਹੈਗੀ, ਜਿਹੜੀਆਂ ਗੱਲਾਂ ਮਾਰਕਸ ਕਹਿ ਰਿਹਾ ਹੈਗਾ, ਉਹ ਸਾਨੂੰ ਸਿੱਖ ਸਾਡੇ ਗੁਰੂ ਸਾਹਿਬ ਨੇ ਦੱਸੀ ਕਈਆਂ ਹੈਗੀਆਂ ਨੇ। ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਇਸ ਦੇ ਵਿੱਚ ਵਿਰੋਧਤਾ ਹੀ ਨਜ਼ਰ ਹੀ ਨਹੀਂ ਆਉਂਦੀ ਵੀ ਅਸੀਂ ਅੰਮ੍ਰਿਤਧਾਰੀ ਸਿੱਖ ਹਾਂ ਅਤੇ ਅਸੀਂ ਮਾਰਕਸਵਾਦੀ ਵੀ ਹਾਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸੰਦੇਸ਼ ਜਿਹੜਾ ਇੱਕੋ ਹੀ ਹੈ।
ਉਹਨਾਂ ਨੂੰ ਇਹ ਲੱਗਦਾ ਸੀ, ਉਹ ਇਹ ਮਹਿਸੂਸ ਕਰਦੇ ਸੀਗੇ ਹਾਂਜੀ। ਤੋ ਇਸ ਕਰਕੇ ਉਹਨਾਂ ਨੂੰ ਇਹ ਦੁਬਿਧਾ ਆਉਂਦੀ ਨਹੀਂ ਸੀਗੀ। ਜਿਹੜੇ ਹੁਣ ਆਪਣੇ ਜਿਹੜੇ ਗਦਰੀ ਬਾਬੇ ਸੀਗੇ, ਹੁਣ ਉਹ ਤੁਸੀਂ ਦੇਖੋ ਗਦਰੀ ਬਾਬਿਆਂ ਦਾ ਤੁਸੀਂ ਜਾ ਕੇ ਇਤਿਹਾਸ ਦੇਖੋ ਅਮਰੀਕਾ ਦੇ ਵਿੱਚ, ਤਾਂ ਸਾਰਾ ਇਤਿਹਾਸ ਕਿੱਥੇ ਹੋਇਆ ਹੈ? ਉਹ ਸਟਾਕਟਨ ਕੈਲੀਫੋਰਨੀਆ ਦਾ ਗੁਰਦੁਆਰਾ ਸਾਹਿਬ ਹੈ, ਉਹਨਾਂ ਦੀਆਂ ਸਾਰੀਆਂ ਮੀਟਿੰਗਾਂ, ਸਾਰਾ ਉਹਨਾਂ ਦਾ ਪਰਚੇ ਜੋ ਨਿਕਲਦੇ ਲਿਟਰੇਚਰ, ਉਹਨਾਂ ਦੇ ਸਾਰੇ ਕਾਰਜ ਖੇਤਰ ਦਾ ਜਿਹੜਾ ਆਧਾਰ ਸੀਗਾ ਉਹ ਸਟਾਕਟਨ ਗੁਰਦੁਆਰਾ ਸਾਹਿਬ ਸੀ। ਜ਼ਾਹਰ ਹੈ ਕਿ ਉਹਨਾਂ ਨੂੰ ਮਤਲਬ ਇਹ ਕੋਈ ਦੁਬਿਧਾ ਹੀ ਨਹੀਂ ਆਈ ਕਿ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਮਤਲਬ ਮਾਰਕਸਵਾਦੀਆਂ, ਪਰ ਅਸੀਂ ਤਾਂ ਗੁਰਦੁਆਰਾ ਸਾਹਿਬ 'ਚ ਬਹਿ ਕੇ ਸਾਰੀਆਂ ਗੱਲਾਂ ਕਰਦੇ ਹਾਂ, ਸਾਰਾ ਕੁਛ ਹੀ ਸਾਡਾ ਗੁਰਦੁਆਰੇ ਤੋਂ ਹੁੰਦਾ। ਤੋ ਇਹ ਜਿਹੜੀ ਚੀਜ਼ਾਂ ਜਿਹੜੇ ਗਦਰੀ ਬਾਬੇ ਸੀ ਉਹਨਾਂ ਨੂੰ ਇਹ ਵਿਰੋਧਤਾ ਨਹੀਂ ਮਤਲਬ ਉਹਨਾਂ ਨੂੰ ਦਿਸੀ ਕਿ ਉਹ ਕਹਿੰਦੇ ਸੀ ਵੀ ਅਸੀਂ ਸਿੱਖ ਵੀ ਹਾਂ ਤੇ ਸਾਨੂੰ ਸਿੱਖੀ ਵੀ ਉਹੀ ਪ੍ਰੇਰਨਾ ਦੇ ਰਹੀ ਹੈ ਤੇ ਮਾਰਕਸਵਾਦ ਤੋਂ ਵੀ ਸਾਨੂੰ ਇਹੀ ਪ੍ਰੇਰਨਾ, ਤਾਂ ਸਾਨੂੰ ਆਪਸ 'ਚ ਉਹਦਾ ਵਿਰੋਧ ਨਜ਼ਰ ਨਹੀਂ ਆ ਰਿਹਾ ਸੀ ਉਹਨਾਂ ਨੂੰ। ਅੱਜ ਕਿਉਂ ਸਵਾਲ ਹੈ ਕਿ ਅੱਜ ਕਿਉਂ ਇਹ ਚੀਜ਼ਾਂ ਆਉਂਦੀਆਂ ਨੇ? ਅੱਜ ਜਦੋਂ ਸੋਸ਼ਲ ਮੀਡੀਆ ਆ ਗਿਆ, ਉਸ ਸਮੇਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ, ਉਦੋਂ ਗੱਲਾਂ ਸੁਣੀਆਂ ਜਾਂਦੀਆਂ ਸੀ, ਸੰਵਾਦ ਚੱਲਦਾ ਸੀ, ਬੈਠ ਕੇ ਚਰਚਾ ਹੁੰਦੀ ਸੀ ਵੀ ਕਿਵੇਂ ਅੱਗੇ ਜਾਣਾ, ਕਿਵੇਂ ਇਸ ਨੂੰ ਅੱਗੇ ਲੈ ਕੇ ਜਾਣਾ, ਵਿਵਾਦ ਵੀ ਹੁੰਦੇ ਸੀ, ਵਿਰੋਧਤਾ ਵੀ ਹੁੰਦੀ ਸੀ। ਪਰ ਅੱਜ ਕਿਉਂ, ਅੱਜ ਅਸੀਂ ਕਿਉਂ ਚੀਜ਼ ਮੰਨਣ ਨੂੰ ਤਿਆਰ ਨਹੀਂ ਗਏ? ਅੱਜ ਕਿਉਂ ਪਾੜਾ ਪਾ ਕੇ ਰੱਖਿਆ ਵੀ ਕਮਿਊਨਿਸਟ ਅਲੱਗ ਨੇ, ਸਿੱਖ ਅਲੱਗ ਨੇ, ਉਹ ਇਕੱਠੇ ਨਹੀਂ ਹੋ ਸਕਦੇ? ਉਹ ਇਸ ਕਰਕੇ ਹੋ ਗਿਆ ਨਾ ਜੀ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਮਤਲਬ ਜਿਹੜਾ ਨਾਸਤਿਕਤਾ ਨੂੰ ਮਤਲਬ ਕਮਿਊਨਿਜ਼ਮ ਡਿਫਾਈਨ ਕਰ ਦਿੱਤਾ। ਨਾਸਤਿਕਤਾ ਲਿਆਣੀ ਜਿਹੜੀ ਸੀ ਉਹਦੇ ਨਾਲ ਫਿਰ ਦੁਬਿਧਾ ਪੈਦਾ ਹੋ ਗਈ। ਉਹ ਕਹਿੰਦੇ ਕਮਿਊਨਿਸਟ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਨਾਸਤਿਕ ਹੋ। ਫਿਰ ਉਹ ਤਾਂ ਪੁਰਾਣੇ ਕਮਿਊਨਿਸਟ ਤਾਂ ਅੰਮ੍ਰਿਤਧਾਰੀ ਸੀ, ਉਹ ਨਾਸਤਿਕ ਥੋੜ੍ਹੀ ਸੀਗੇ, ਉਹ ਤਾਂ ਗੁਰਦੁਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਸੀਗੇ, 5 ਬਾਣੀਆਂ ਦਾ, ਤਾਂ ਉਹ ਨਾਸਤਿਕ ਨਹੀਂ ਸੀਗੇ। ਲੇਕਿਨ ਹੁਣ ਜਦੋਂ ਇਹਨਾਂ ਨੇ ਕੰਡੀਸ਼ਨ ਹੀ ਲਾਤੀ ਵੀ ਨਾਸਤਿਕ ਹੋਣਾ ਜ਼ਰੂਰੀ ਹੈ ਕਮਿਊਨਿਸਟ ਹੋਣ, ਔਰ ਦੂਸਰੀ ਗੱਲ ਕਿ ਜੇ ਕੰਡੀਸ਼ਨ ਲਾਈ ਕਿੰਨੇ? ਇਹਨਾਂ ਦੇ ਇਹ ਮਤਲਬ ਕਿਸੇ ਦੇ ਲਿਖਤੀ ਰੂਪ 'ਚ ਤਾਂ ਨਹੀਂ ਲਾਈ, ਲੇਕਿਨ ਅਮਲੀ ਤੌਰ 'ਤੇ ਲੱਗ ਗਈ ਕਿ ਅਮਲੀ ਤੌਰ 'ਤੇ ਇਹਨਾਂ ਠੱਪਾ ਲੱਗ ਗਿਆ। ਹਾਂ ਜੀ, ਇੱਕ ਠੱਪਾ ਲੱਗ ਗਿਆ ਵੀ ਜਾਂ ਤੁਸੀਂ ਕਮਿਊਨਿਸਟ ਹੋ ਸਕਦੇ ਹੋ ਜਾਂ ਸਿੱਖ ਹੋ ਸਕਦੇ ਹੋ। ਇਹ ਆਪੇ ਹੀ ਲੱਗ ਗਿਆ। ਫਿਰ ਜਿਹੜਾ ਕੋਈ ਬੰਦਾ ਇਹਨਾਂ ਨੇ ਜਿਹੜੀ ਹੈਗਾ ਅੱਛਾ, ਫਿਰ ਦੂਸਰੀ ਜਿਹੜਾ ਵਿਚਾਰਧਾਰਕ ਤੌਰ 'ਤੇ ਇਹਨਾਂ ਨੇ ਜਿਹੜੀ ਇਹ ਧਰਮ ਦੀ ਵਿਰੋਧਤਾ ਸ਼ੁਰੂ ਕਰਤੀ। ਧਰਮ ਹੈ ਸਪਿਰਿਚੁਅਲਿਟੀ। ਧਰਮ ਦਾ ਮਤਲਬ ਵੀ ਕੀ ਹੈ ਕਿ ਧਰਮ ਦਾ ਮਤਲਬ ਜਿਹੜਾ ਗੁਰਬਾਣੀ ਧਰਮ ਦਾ ਦੱਸੋ ਮੈਨੂੰ ਕੀ ਮਤਲਬ ਹੈ ਕਿ ਜਿਹੜਾ ਸੁਖਮਨੀ ਸਾਹਿਬ ਪਰਿਭਾਸ਼ਾ ਕੀ ਹੈ ਧਰਮ ਦੀ? ਸਰਬ ਧਰਮ ਮੇਂ ਸ਼੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨ ਵਾਲਾ ਇਨਸਾਨ ਉਹ ਧਾਰਮਿਕ ਹੈ। ਧਰਮ ਦਾ ਮਤਲਬ ਹੈ ਨੈਤਿਕਤਾ। ਉਹ ਨੈਤਿਕਤਾ ਤਾਂ ਸਾਰੇ ਮਨੁੱਖਾਂ ਲਈ ਚਾਹੀਦਾ। ਧਰਮ ਦਾ ਮਤਲਬ ਇੱਕ ਮਨੁੱਖ ਨੂੰ, ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਧਰਮ ਹੈ ਕਿ ਮਨੁੱਖ ਨੂੰ ਚੰਗਾ ਮਨੁੱਖ ਬਣਾਉਣਾ। ਤਾਂ ਇਹਦੇ 'ਚ ਕਮਿਊਨਿਸਟਾਂ ਨੂੰ ਕੀ ਇਤਰਾਜ਼ ਹੈ? ਲੇਕਿਨ ਉਹਨਾਂ ਨੇ ਧਰਮ ਦੀ ਵਿਰੋਧਤਾ ਛੱਡੀ ਨਹੀਂ ਹੈਗੀ। ਉਹ ਮਤਲਬ ਜਿਹੜਾ ਹੈਗਾ ਉਹ ਸਮਝਦੇ ਜਿਹੜੀ ਗੱਲ ਧਰਮ ਆਉਂਦਾ ਸੀ ਵਿਰੋਧਤਾ ਕਰਨੀ ਹੈ। ਨਹੀਂ ਫਿਰ ਕਈ ਜੇ ਤੁਸੀਂ ਕਹਿੰਦੇ ਵੀ ਧਰਮ ਦੀ ਵਿਰੋਧਤਾ ਕਰਨੀ ਹੈ, ਫਿਰ ਅੱਜ ਦੀ ਗੱਲ ਕਰ ਰਹੇ ਜੋ ਸਿੱਖ ਨੇ ਉਹ ਕਮਿਊਨਿਸਟ ਵੀ ਤਾਂ ਹੈਗੇ ਨੇ, ਫਿਰ ਕਿਵੇਂ ਧਰਮ ਦਾ ਵਿਰੋਧ ਕਰਦੇ ਨੇ? ਨਹੀਂ, ਜ਼ਾਹਰ ਹੈ ਕਿ ਕੁਝ ਬੰਦੇ, ਤੁਹਾਨੂੰ ਮੈਂ ਦੱਸਿਆ ਨਾ ਕਿ ਰਸ਼ੀਅਨ ਕਮਿਊਨਿਸਟ ਪਾਰਟੀ ਜਿਹਦੇ ਤੋਂ ਇਹਨਾਂ ਨੇ ਧਾਰਨਾ ਲਈ ਹੈ ਕਿ ਧਰਮ ਦੀ ਵਿਰੋਧਤਾ ਕਰਨੀ ਚਾਹੀਦੀ ਹੈ, ਉਹ ਤਾਂ ਕਹਿੰਦੇ ਅਸੀਂ ਗਲਤੀ ਹੈ, ਸਾਡੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਅਸੀਂ ਈਸਾਈ ਧਰਮ ਦੀ ਵਿਰੋਧਤਾ ਕੀਤੀ। ਤੇ ਇਹ ਉਹਦੀ ਗੱਲ ਮੰਨ ਲੈਣ, ਇਹ ਵੀ ਕਹਿਣਗੇ ਜੇ ਉਹ ਗਲਤ ਨੇ, ਉਹਨਾਂ ਨੇ ਈਸਾਈ ਧਰਮ ਦੀ ਵਿਰੋਧਤਾ, ਅਸੀਂ ਸਿੱਖੀ ਦੀ ਵਿਰੋਧ, ਇਹ ਵੀ ਸਾਡੀ ਗਲਤ ਸੀ, ਲੇਕਿਨ ਇਹ ਮੰਨਣ ਨੂੰ ਤਿਆਰ ਨਹੀਂ ਹਾਲੇ। ਅੱਛਾ, ਹੁਣ ਅਹਿਮ ਸਵਾਲ ਸਰ, ਜੋ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਗਿਆ ਅੰਦਰ ਇੱਕ ਅਹਿਮ ਸਵਾਲ ਤੇ, ਅੱਗੇ ਜਾ ਕੇ ਪੰਜਾਬ ਦਾ ਕੀ ਹੋਊਗਾ ਜੇ ਦੋਨੋਂ ਇਕੱਠੇ ਨਾ ਹੋਏ ਇੱਕ ਟੇਬਲ ਦੇ ਉੱਤੇ? ਦੇਖੋ ਜੀ, ਪੰਜਾਬ ਦੀਆਂ ਪਹਿਲਾਂ ਤਾਂ ਆਪਾਂ ਜਿਹੜੀਆਂ ਦੇਖੋ ਕਿਵੇਂ ਜਿਹੜਾ ਹੈਗਾ ਇਹਨਾਂ ਦਾ ਗਲਤ ਸਟੈਂਡ ਹੁੰਦਾ ਹੈ ਕਿ ਜਦੋਂ ਜਿਹੜੀ ਹਰਾ ਇਨਕਲਾਬ ਹੋਇਆ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਹੋਇਆ ਪ੍ਰਵਾਸ, ਜਿਹੜੀਆਂ ਦੋ ਸਭ ਤੋਂ ਵੱਡੀਆਂ ਘਟਨਾਵਾਂ ਵਾਪਰੀਆਂ 47 ਦੀ ਵੰਡ ਤੋਂ ਬਾਅਦ। ਜੇ ਤੁਸੀਂ ਮੈਨੂੰ ਪੁੱਛੋ ਨਾ ਪੰਜਾਬ ਤੋਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਕੀ ਹੋਈਆਂ, ਤੇ ਇਹ ਦੋ ਨੇ। ਇੱਕ ਹਰਾ ਇਨਕਲਾਬ ਹੋਇਆ ਤੇ ਇੱਕ ਵੱਡੇ ਪੱਧਰ ਦਾ ਪ੍ਰਵਾਸ ਸ਼ੁਰੂ ਹੋ ਗਿਆ। ਹੁਣ ਦੋਨਾਂ ਦੇ ਜਿਹੜਾ ਇਹ ਨਾ ਸਿੱਖਾਂ ਦਾ ਸਟੈਂਡ ਸਹੀ ਹੋਇਆ ਤੇ ਨਾ ਜਿਹੜਾ ਹੈਗਾ ਕਮਿਊਨਿਸਟਾਂ ਦਾ ਸਟੈਂਡ ਸਹੀ ਹੋਇਆ। ਹਰਾ ਇਨਕਲਾਬ ਜਿਹੜਾ ਹੈਗਾ ਉਹ ਸਾਡਾ ਜਿਹੜਾ ਰਵਾਇਤੀ ਢੰਗ ਦਾ ਜੀਵਨ ਸੀ ਪੰਜਾਬ, ਜਿਹੜਾ ਅਸੀਂ ਹਜ਼ਾਰਾਂ ਸਾਲਾਂ ਤੋਂ ਤਜਰਬੇ ਤੋਂ ਸਿੱਖਿਆ ਸੀ ਕਿ ਪੰਜਾਬ ਇਹੋ ਜਿਹਾ ਜੀਵਨ ਹੋਣਾ ਚਾਹੀਦਾ, ਔਰ ਜਿਹੜਾ ਇੱਕ ਬੜਾ ਕਾਮਯਾਬ ਹੋਇਆ। 1849 ਦਾ ਜਿਹੜਾ ਪੰਜਾਬ ਸੀਗਾ ਦੁਨੀਆ ਦਾ ਸਭ ਤੋਂ ਖੁਸ਼ਹਾਲ ਹਿੱਸਾ ਸੀ। ਤਾਂ ਜ਼ਾਹਰ ਹੈ ਕਿ ਜਦੋਂ ਅਸੀਂ ਆਪਣਾ ਮਾਡਲ ਲਿਆ ਤੇ ਅਸੀਂ ਬਹੁਤ ਤਰੱਕੀ ਕੀਤੀ ਔਰ ਬਹੁਤ ਅਸੀਂ ਦੁਨੀਆ ਦਾ ਸਭ ਤੋਂ ਖੁਸ਼ਹਾਲ ਹਿੱਸਾ ਬਣੇ। ਲੇਕਿਨ ਹਰੇ ਇਨਕਲਾਬ ਦੇ ਵਿੱਚ ਅਸੀਂ ਉਹ ਮਾਡਲ ਤਿਆਗ ਦਿੱਤਾ, ਜਿਹੜਾ ਸਾਡਾ ਆਪਣਾ ਮਾਡਲ ਸੀਗਾ, ਜਿਹੜਾ ਉਹ ਤਿਆਗ ਕੇ ਤੇ ਅਸੀਂ ਜਿਹੜਾ ਜਿਹਨੂੰ ਆਪਾਂ ਸਾਮਰਾਜੀ ਮਾਡਲ ਕਹਿੰਦੇ ਆ ਉਹ ਅਪਣਾ ਲਿਆ। ਤੇ ਉਹਦੇ ਨਾਲ ਜੋ ਪੰਜਾਬ ਦੇ ਬਰਬਾਦੀ ਹੋਈ ਆ ਹੁਣ ਤੁਹਾਡੇ ਸਾਹਮਣੇ, ਹੁਣ ਤਾਂ ਇੱਥੇ ਤੱਕ ਹੋ ਗਿਆ ਕਿ 17 ਸਾਲਾਂ ਤੋਂ ਬਾਅਦ ਪੰਜਾਬ 'ਚ ਪਾਣੀ ਹੀ ਨਹੀਂ ਬਚਣਾ, ਪੰਜਾਬ ਤਾਂ ਮਾਰੂਥਲ ਹੋਣ ਜਾ ਰਿਹਾ। ਤਾਂ ਇਹ ਹਰੇ ਇਨਕਲਾਬ ਦੀ ਦੇਣ। ਲੇਕਿਨ ਸਾਡੇ ਬਹੁਤ ਸਾਰੇ ਕਾਮਰੇਡ ਹਰੇ ਇਨਕਲਾਬ ਦੇ ਉਪਾਸ਼ਕ ਰਹੇ ਨੇ, ਇਹ ਕਹਿੰਦੇ ਨੇ ਕਿ ਹਰੇ ਇਨਕਲਾਬ ਨੇ ਬੜਾ ਚੰਗਾ ਕੀਤਾ ਪੰਜਾਬ ਵਾਸਤੇ। ਤਾਂ ਕਿਉਂ ਗਲਤ ਇਹਨਾਂ ਦੀ ਧਾਰਨਾ ਬਣੀ, ਕਿਉਂ ਗਲਤ ਸਟੈਂਡ ਲਿਆ ਗਿਆ? ਕਿਉਂਕਿ ਇਹ
ਜੇ ਮਾਰਕਸਵਾਦੀ ਸੱਚੇ ਹੁੰਦੇ ਤਾਂ ਇੱਕ ਇਹ ਸਮਝਦੇ ਕਿ ਜਿਹੜਾ ਲੋਕਾਂ ਦਾ ਇੱਕ ਆਪਣਾ ਜੀਵਨ ਢੰਗ ਵਿਕਸਿਤ ਹੋਇਆ ਹੈ ਉਹ ਹਜ਼ਾਰਾਂ ਸਾਲਾਂ ਦੇ ਤਜਰਬੇ ਨਾਲ ਹੋਇਆ। ਤੁਸੀਂ ਆ ਕੇ ਇੱਕ ਬਾਹਰਲਾ ਠੋਸ ਦਿੱਤਾ ਉਹਨਾਂ ਦੇ ਉੱਪਰ, ਤਾਂ ਉਹ ਕਿੱਦਾਂ ਉੱਥੇ ਕਾਮਯਾਬ ਹੋਏਗਾ? ਇੱਕ ਤਾਂ ਇਕੱਠੇ ਕਿਵੇਂ ਹੋਣਗੇ ਸਰ? ਮੈਂ ਤਾਂ ਇਕੱਠੇ ਹੋਣ ਦੀ ਗੱਲ ਇਕੱਠੇ ਹੁਣ ਦਾ ਇਹੀ ਹੈ ਨਾ ਕਿ ਵੀ ਪੰਜਾਬ ਦੀ ਜਿਹੜੀ ਦੋ ਜਿਹੜੀਆਂ ਪ੍ਰੋਬਲਮ ਨੇ, ਇੱਕ ਵੀ ਜੋ ਹਰੇ ਇਨਕਲਾਬ 'ਚ ਹੋਇਆ, ਜਿਹੜਾ ਮਾਡਰਨ ਜੇ ਆਪਾਂ ਪੰਜਾਬ ਕਹਿ ਲਈਏ 47 ਤੋਂ ਬਾਅਦ ਜਿਹੜਾ, ਅਤੇ ਉਹਦੇ ਦੋ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ, ਇਹਦੇ 'ਤੇ ਅਸੀਂ ਕੋਈ ਸਾਂਝਾ ਸਟੈਂਡ ਲੈਣ ਦੀ ਕੋਸ਼ਿਸ਼ ਕਰੀਏ ਵੀ ਕਿੱਥੋਂ ਗਲਤ ਹੋਈ ਹੈ ਗੱਲ। ਅਤੇ ਉਹਦੇ 'ਚ ਪ੍ਰਵਾਸ ਵੀ ਹਰੇ ਇਨਕਲਾਬ ਤੋਂ ਬਾਅਦ ਜਿਹੜਾ ਪਹਿਲਾ ਪੰਜਾਬ 'ਚੋਂ ਪ੍ਰਵਾਸ ਹੋਇਆ ਉਹਨੇ ਪੰਜਾਬ ਦਾ ਨੁਕਸਾਨ ਨਹੀਂ ਕੀਤਾ, ਫਾਇਦਾ ਕੀਤਾ। ਜਿਹੜੇ ਪਹਿਲੇ ਪ੍ਰਵਾਸੀ ਸੀਗੇ ਉਹ ਜਾ ਕੇ ਬਾਹਰੋਂ ਪੈਸਾ ਕਮਾ ਕੇ ਪੰਜਾਬ ਦੇ ਵਿੱਚ ਲਿਆਏ, ਉਹਨਾਂ ਨੇ ਪੰਜਾਬ ਨੂੰ ਅਮੀਰ ਬਣਾਇਆ ਹਰ ਪੱਖੋਂ। ਉਹਨਾਂ ਨੇ ਸਕੂਲ ਖੋਲ੍ਹੇ, ਉਹਨਾਂ ਨੇ ਕਾਲਜ ਖੋਲ੍ਹੇ, ਹਸਪਤਾਲ ਬਣਵਾਏ, ਗੁਰਦੁਆਰਾ ਸਾਹਿਬਾਨ ਦੇ ਨਾਲ ਯਾਤਰੀਆਂ ਲਈ ਕਮਰੇ ਬਣਾਏ। ਉਹ ਤਾਂ ਪੰਜਾਬ ਨੇ ਦੇਣ ਦਿੱਤੀ ਆ ਉਹਨਾਂ ਨੇ। ਹੁਣ ਦਾ ਪ੍ਰਵਾਸੀ ਕੀ ਕਰ ਰਿਹਾ? ਹੁਣ ਤਾਂ ਸਭ ਕੁਛ ਲੁੱਟ ਕੇ ਲੈ ਕੇ ਜਾ ਰਿਹਾ। ਨਾਲੇ ਦਾ ਸਾਡਾ ਤਿੰਨੇ ਸਾਡੇ ਜਿਹੜੇ ਸੋਮੇ ਨੇ ਇਹ ਪ੍ਰਵਾਸ ਲੁੱਟ ਰਿਹਾ ਹੈ। ਸਾਡਾ ਜਿਹੜਾ ਮਨੁੱਖੀ ਜਿਹੜਾ ਵਸੀਲਾ ਜਿਹਨੂੰ ਕਹਿੰਦੇ ਹਿਊਮਨ ਰਿਸੋਰਸ, ਸਾਡੇ ਬੰਦੇ ਜਾ ਰਹੇ ਆ, ਸਾਡਾ ਬੌਧਿਕ ਰਿਸੋਰਸ ਜਿਹਨਾਂ ਪੜ੍ਹੇ ਲਿਖੇ ਬੱਚੇ ਜਾ ਰਹੇ ਆ, ਤਾਂ ਇਹਨੂੰ ਕਹਿੰਦੇ ਇੰਟੈਲੈਕਚੁਅਲ ਰਿਸੋਰਸ। ਅਤੇ ਤੀਜਾ ਕੀ ਪੈਸਾ ਵੀ ਜਿਹੜਾ ਇੱਥੋਂ ਜ਼ਮੀਨ ਜਾਇਦਾਦ ਵੱਟ ਕੇ ਲੈ ਕੇ ਜਾ ਰਹੇ। ਤਾਂ ਤਿੰਨੇ ਰਿਸੋਰਸ ਪੰਜਾਬ 'ਚੋਂ ਬਾਹਰ ਜਾਂਦੇ, ਪੰਜਾਬ ਦਾ ਵਿਕਾਸ ਕਿੱਦਾਂ ਹੋਏਗਾ? ਇਹ ਜਿਹੜਾ ਇਹ ਜਿਹੜਾ ਮਸਲਾ ਜੇ ਪੰਜਾਬ ਨੂੰ ਦਰਪੇਸ਼ ਜਿਹੜੀਆਂ ਮੁੱਖ ਚੁਣੌਤੀਆਂ ਔਰ ਸਮੱਸਿਆਵਾਂ ਨੇ, ਅਸੀਂ ਉਹਨਾਂ ਦਾ ਸਾਹਮਣਾ ਕਰਨ ਲਈ ਅਸੀਂ ਕੋਈ ਸਾਂਝਾ ਸਟੈਂਡ ਲਈਏ ਉਹਨਾਂ ਨੂੰ, ਤਾਂ ਸਾਡੀ ਜਿਹੜੀ ਸਾਂਝ ਬਣ ਸਕਦੀ ਹੈ। ਤਾਂ ਇਹ ਜਿਹੜੀ ਹੈ ਕਿ ਅਸੀਂ ਸਮਝੀਏ ਵੀ ਇਹ ਜਿਹੜਾ ਦੋਨਾਂ 'ਚ ਇੱਕੋ ਹੀ ਕਾਰਨ ਹੈ ਕਿ ਹਰੇ ਇਨਕਲਾਬ ਤੋਂ ਬਾਅਦ ਜਿਹੜਾ ਪ੍ਰਵਾਸ ਹੋਇਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਤਾਂ ਇਹ ਵੀ ਇੱਕ ਤਰ੍ਹਾਂ ਪ੍ਰਵਾਸ ਵੀ ਹਰੇ ਇਨਕਲਾਬ ਦੇ ਦੇਣ ਹੈ। ਤਾਂ ਉੱਥੋਂ ਅਸੀਂ ਦੋਨੋਂ ਧਿਰਾਂ ਇਹ ਸਮਝ ਸਕਦੀਆਂ ਕਿ ਇਹ ਤਾਂ ਹੋਇਆ ਕਿ ਜਿਹੜਾ ਪੰਜਾਬ ਦਾ ਜਿਹੜਾ ਇੱਕ ਜੀਵਨ ਢੰਗ ਸੀਗਾ ਉਹ ਇੱਕ ਵਿਕਸਿਤ ਹੋਇਆ ਸੀ ਹਜ਼ਾਰਾਂ ਸਾਲਾਂ ਦੇ ਸਾਡੇ ਆਪਣੇ ਤਜਰਬੇ 'ਚੋਂ, ਔਰ ਉਹ ਇੱਥੋਂ ਦੇ ਅਨੁਕੂਲ ਸੀ। ਜੋ ਪੰਜਾਬ ਦੀ ਧਰਤੀ, ਜੋ ਪੰਜਾਬ ਦੀਆਂ ਕੁਦਰਤੀ ਪਰਿਸਥਿਤੀਆਂ ਨੇ, ਨੈਚੁਰਲ ਕੰਡੀਸ਼ਨਸ ਨੇ, ਉਹਦੇ ਅਨੁਸਾਰ ਹੀ ਸਾਡਾ ਜੀਵਨ ਢੰਗ ਵਿਕਸਿਤ ਹੋਇਆ। ਅਸੀਂ ਕੀ ਕੀਤਾ ਕਿ ਉਹਦੇ ਉੱਪਰ ਜਾ ਕੇ ਜਿਹੜਾ ਪੱਛਮੀ ਜੀਵਨ ਢੰਗ ਹੈ ਠੋਸ ਦਿੱਤਾ ਪੰਜਾਬ 'ਤੇ, ਉਹਦੇ ਨਾਲ ਸਾਡੀ ਬਰਬਾਦੀ ਹੋ ਰਹੀ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਇਹ ਜਿਹੜਾ ਪੰਜਾਬ ਦੀ ਜਿਹੜੀ ਬਰਬਾਦੀ ਹੋ ਰਹੀ ਹੈ ਉਹਦੇ ਜਿਹੜਾ ਗਲਤ ਅਸੀਂ ਵਿਕਾਸ ਦਾ ਮਾਡਲ ਅਪਣਾਇਆ ਹੈ ਉਹਦੇ 'ਚੋਂ ਹੋ ਰਹੀ ਹੈ। ਹੁਣ ਸਰ ਨੁਕਸਾਨ ਕੀ ਹੈ? ਚਲੋ ਨੁਕਸਾਨ ਦੀ ਤੁਸੀਂ ਕਿਹਾ ਵੀ ਇਕੱਠੇ ਕਿਵੇਂ ਹੋ ਸਕਦੇ ਨੇ, ਹੁਣ ਨੁਕਸਾਨ ਕੀ ਹੈ ਜੇ ਇਕੱਠੇ ਨਾ ਹੋਏ ਤਾਂ? ਜੇ ਇਕੱਠੇ ਨਾ ਹੋਣ ਤਾਂ ਪੰਜਾਬ ਬਰਬਾਦ ਹੋ ਜਾਏਗਾ, ਜਿਹੜਾ ਬਰਬਾਦੀ ਦੇ ਰਾਹ 'ਤੇ ਤੁਰਿਆ ਹੋਇਆ। ਅਤੇ ਇਹਨੂੰ ਜਿਹੜਾ ਬਰਬਾਦੀ ਦਾ ਮੁੱਖ ਕਾਰਨ ਹੈ, ਜਿਹੜਾ ਅਸੀਂ ਗਲਤ ਇਹ ਜਿਹੜਾ ਸਾਮਰਾਜੀ ਵਿਕਾਸ ਦਾ ਢੰਗ ਹੈ, ਇਹ ਕੁਦਰਤ ਵਿਰੋਧੀ ਹੈ ਔਰ ਲੋਕ ਵਿਰੋਧੀ ਹੈ। ਇਹਦੀ ਥਾਂ 'ਤੇ ਸਾਨੂੰ ਇੱਕ ਬਦਲਵਾਂ ਵਿਕਾਸ ਦਾ ਨਮੂਨਾ ਜਿਹੜਾ ਹੈਗਾ, ਆਲਟਰਨੇਟਿਵ ਮਾਡਲ ਆਫ ਡਿਵੈਲਪਮੈਂਟ ਚੁਣਨਾ ਪਏਗਾ। ਔਰ ਉਹ ਕੀ ਹੋਏ, ਉਹ ਕੁਦਰਤ ਪੱਖੀ ਹੋਵੇ ਅਤੇ ਲੋਕ ਪੱਖੀ ਹੋਵੇ। ਤਾਂ ਉਹ ਫਿਰ ਅਗਲਾ ਸਵਾਲ ਹੈ ਕਿ ਸਾਨੂੰ ਕਿੱਥੋਂ ਮਿਲੇਗਾ? ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਮਾਡਲ ਹੈਗਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਦੱਸਿਆ ਵਿਕਾਸ ਦਾ ਨਮੂਨਾ, ਉਹ ਕੁਦਰਤ ਪੱਖੀ ਅਤੇ ਲੋਕ ਪੱਖੀ ਹੈ। ਤਾਂ ਅਸੀਂ ਮਿਲ ਕੇ ਇਹੋ ਜਿਹਾ ਵਿਕਾਸ ਦਾ ਨਮੂਨਾ ਲੱਭੀਏ, ਆਲਟਰਨੇਟਿਵ। ਇਹ ਤਾਂ ਜ਼ਾਹਰ ਹੈ ਹੁਣ ਕਿ ਜਿਹੜਾ ਅਸੀਂ ਵਿਕਾਸ ਦਾ ਨਮੂਨਾ ਅਪਣਾਇਆ ਹੈ ਉਹਨੇ ਤਾਂ ਸਾਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਅਤੇ ਹੁਣ ਅਸੀਂ ਇਹਦਾ ਬਦਲ ਉਹ ਲੱਭੀਏ ਜਿਹੜਾ ਸਾਨੂੰ ਮਤਲਬ ਇਸ ਬਰਬਾਦੀ ਤੋਂ ਬਚਾਏ। ਅਤੇ ਉਹ ਗੁਰੂ ਸਾਹਿਬ ਦਾ ਦੱਸਿਆ ਹੋਇਆ ਮਾਡਲ ਗੁਰੂ ਗ੍ਰੰਥ ਸਾਹਿਬ ਦਾ ਉਹ ਅਪਣਾ ਲਈਏ ਅਤੇ ਅਸੀਂ ਬਚ ਜਾਵਾਂਗੇ। ਤੁਸੀਂ ਸਾਡੀ ਗੱਲਬਾਤ ਸੁਣੀਏ। ਅੱਜ ਸੈਮੀਨਾਰ ਕੀਤਾ ਗਿਆ ਸੀ। ਸੈਮੀਨਾਰ ਵਿੱਚ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਖੱਬੇ ਪੱਖੀ ਔਰ ਸਿੱਖ ਇਕੱਠੇ ਕਿਵੇਂ ਹੋਣਗੇ, ਜੇ ਨਾ ਇਕੱਠੇ ਹੋਏ ਉਸ ਦਾ ਵੀ ਦੱਸਿਆ ਗਿਆ ਵੀ ਨੁਕਸਾਨ ਕੀ ਹੈ ਔਰ ਕਿਉਂ ਇਹਨਾਂ ਵਿੱਚ ਵਿਵਾਦ ਪੈਦਾ ਹੋਇਆ, ਕਿੱਥੋਂ ਸ਼ੁਰੂ ਹੋਇਆ, ਸਾਰੀ ਚੀਜ਼ ਉੱਤੇ ਬਹਿਸ ਹੋਈ ਹੈ। ਹੁਣ ਸਵਾਲ ਇਹ ਹੁੰਦਾ ਕਿ ਪੰਜਾਬ ਵਿੱਚ ਸਮੱਸਿਆ ਕੀ ਹੈ? ਸਮੱਸਿਆ ਲੱਭਾਂਗੇ ਤਾਂ ਹੀ ਅੱਗੇ ਜਾ ਕੇ ਉਸ ਦਾ ਹੱਲ ਨਿਕਲ ਸਕਦਾ। ਬਿਨਾਂ ਸਮੱਸਿਆ ਲੱਭੇ, ਬਿਨਾਂ ਹੱਲ ਲੱਭਿਆਂ ਅਸੀਂ ਇੱਕ ਦੂਸਰੇ ਨੂੰ ਜੇ ਕੋਸਦੇ ਰਹਾਂਗੇ ਤਾਂ ਸ਼ਾਇਦ ਪੰਜਾਬ ਦਾ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ।